सो ਅਸੀਂ ਜਿਹੜੇ ਮਸੀਹ ਲੋਕ ਔਰ ਮਸੀਹ ਨੂੰ ਪਿਆਰ ਕਰਦੇ ਆ, ਜਿਹੜੇ ਵਚਨ ਦੇ ਵੱਲ ਖਿਆਲ ਰੱਖਦੇ ਆ, ਸਾਡੀ ਇਹੋ ਕੋਸ਼ਿਸ਼ ਹੁੰਦੀ ਆ ਵੀ ਅਸੀਂ ਸਮਾਂ ਕੋਈ ਵੀ ਹੋਵੇ ਅਸੀਂ ਉਸ ਸਮੇਂ ਨੂੰ ਪ੍ਰਭੂ ਦੇ ਨਾਲ ਬਿਤਾਈਏ। ਹਾਲੇਲੂਇਆ। ਔਰ ਪ੍ਰਭੂ ਦੇ ਨਾਲ ਖੁਸ਼ੀਆਂ ਦੇ ਵੇਲੇ 'ਚ ਸਮਾਂ ਬਿਤਾਉਣਾ ਘੱਟ ਹੀ ਲੋਕਾਂ ਨੂੰ ਚੰਗਾ ਲੱਗਦਾ ਹੈ। ਤੰਦਰੁਸਤੀ ਦੇ ਵਿੱਚ ਉਹਦੇ ਨਾਲ ਸਮਾਂ ਬਿਤਾਉਣਾ ਘੱਟ ਚੰਗਾ ਲੱਗਦਾ। ਖੁਸ਼ਹਾਲੀਆਂ ਹੋਣ, ਸਭ ਕੁਝ ਪ੍ਰਾਪਤੀਆਂ ਹੋਣ, ਫਿਰ ਉਹਦੇ ਨਾਲ ਸਮਾਂ ਬਿਤਾਉਣਾ ਘੱਟ ਚੰਗਾ ਲੱਗਦਾ ਆ। ਜਦੋਂ ਬਿਮਾਰੀ ਦੇ ਬਿਸਤਰ ਉੱਤੇ ਹੋਈਏ ਉਦੋਂ ਫਿਰ ਸਮਾਂ ਹੀ ਸਮਾਂ ਹੁੰਦਾ। ਹਾਲੇਲੂਇਆ। ਬਿਮਾਰੀ ਦੇ ਬਿਸਤਰ ਉੱਤੇ ਜਦੋਂ ਹੁੰਦੇ ਉਦੋਂ ਫਿਰ ਸਮਾਂ ਹੀ ਸਮਾਂ ਹੁੰਦਾ। ਔਰ ਉਦੋਂ ਪ੍ਰੋਬਲਮ ਫਿਰ ਇਹ ਹੋ ਜਾਂਦੀ ਹੈ ਵੀ ਪਹਿਲਾਂ ਅਸੀਂ ਨਹੀਂ ਸੁਣੀ ਹੁੰਦੀ, ਫਿਰ ਰੱਬ ਨਹੀਂ ਸੁਣਦਾ। ਹਾਲੇਲੂਇਆ। ਇਹ ਲੋਕਾਂ ਨੂੰ ਭੁਲੇਖਾ ਹੈ ਵੀ ਸ਼ਾਇਦ ਅਸੀਂ ਉਦੋਂ ਪੁਕਾਰ ਲਵਾਂਗੇ ਤੇ ਸ਼ਾਇਦ ਰੱਬ ਸੁਣ ਲਵੇਗਾ। ਜਿਹੜਾ ਰੱਬ ਦੀ ਨਹੀਂ ਸੁਣਦਾ ਉਹ ਆਪਣੇ ਦਿਮਾਗ 'ਚੋਂ ਇਹ ਗੱਲ ਕੱਢ ਦੇਵੇ ਵੀ ਕੱਲ੍ਹ ਨੂੰ ਜਦੋਂ ਉਹਦਾ ਬੁਰਾ ਵਕਤ ਆਵੇਗਾ ਤੇ ਰੱਬ ਉਹਦੀ ਸੁਣ ਲਵੇਗਾ। ਸੋ ਫਿਰ ਉਹੀ ਸੁਣਦਾ ਜਿਹਦੀ ਉਹ ਬਾਕੀ ਦਿਨਾਂ ਦੇ ਵਿੱਚ ਉਹਨਾਂ ਨੇ ਸੁਣੀ ਹੁੰਦੀ ਹੈ। ਜਿਹੜਾ ਰੱਬ ਆ ਉਹ ਫਿਰ ਕਿਸੇ ਦੀ ਸੁਣਦਾ ਨਹੀਂ ਆ। ਸੋ ਇਸੇ ਲਈ ਲਿਖਿਆ ਵੀ ਮੁਬਾਰਕ ਹੈ ਉਹ ਸ਼ਖਸ ਜਿਹੜਾ ਦਿਨ ਰਾਤ ਉਹਦੀ ਵਿਵਸਥਾ ਦੇ ਉੱਤੇ ਧਿਆਨ ਕਰਦਾ ਹੈ। ਹਾਲੇਲੂਇਆ। ਸੋ ਜਿਹੜੇ ਦਿਨ ਰਾਤ ਉਹਦੀ ਵਿਵਸਥਾ 'ਤੇ ਧਿਆਨ ਕਰਦੇ ਆ, ਪਰਮੇਸ਼ਵਰ ਹਰ ਵੇਲੇ ਉਹਨਾਂ ਦੇ ਨਾਲ ਰਹਿੰਦਾ ਆ। ਕੈਸੇ ਵੀ ਦੁੱਖ ਤਕਲੀਫਾਂ ਤੂਫਾਨ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ। ਕਿਉਂ? ਉਹਨਾਂ ਨੂੰ ਇੱਕ ਫਖਰ ਤੇ ਇੱਕ ਮਾਣ ਹੁੰਦਾ ਆ, ਅਸੀਂ ਆਪਣਾ ਚੰਗਾ ਸਮਾਂ ਖੁਦਾ ਦੇ ਨਾਲ ਗੁਜ਼ਾਰਿਆ ਹੋਇਆ। ਹਾਲੇਲੂਇਆ। ਸੋ ਜਿਹੜੇ ਚੰਗਾ ਸਮਾਂ ਖੁਦਾ ਦੇ ਨਾਲ ਗੁਜ਼ਾਰਦੇ ਆ, ਬੁਰੇ ਸਮੇਂ ਦੇ ਵਿੱਚ ਫਿਰ ਖੁਦਾ ਉਹਨਾਂ ਦੇ ਨਾਲ ਹੁੰਦਾ। ਹਾਲੇਲੂਇਆ। ਤੇ ਜਿਹੜੇ ਚੰਗਾ ਸਮਾਂ ਦੁਨੀਆ ਨੂੰ ਦੇ ਦਿੰਦੇ ਆ ਤੇ ਫਿਰ ਬੁਰੇ ਸਮੇਂ ਦੇ ਵਿੱਚ ਖੁਦਾ ਉਹਨਾਂ ਦੀ ਕਦੇ ਸੁਣਦਾ ਨਹੀਂ। ਸੋ ਪੜ੍ਹਾਂਗੇ ਅਸੀਂ ਰਾਤ ਵਾਲੀ ਵਰਸ ਦੂਸਰਾ ਇਤਿਹਾਸ ਉਹਦਾ 7 ਅਧਿਆਏ ਉਹਦੀ 14 ਆਇਤ। दूसरा इतिहास 7 अध्याय ओदी 14 आयत से पढ़ांगे। तब यदि मेरी प्रजा के लोग जो मेरे कहलाते हैं दीन होकर प्रार्थना करें और मेरे दर्शन के खोजी होकर अपनी बुरी चाल से फिरे, तो मैं स्वर्ग में से सुनकर उनके पाप क्षमा करूंगा और उनके देश को ज्यों का त्यों कर दूंगा। हालेलुया। उर्दू में लिखा, तब अगर मेरे लोग जो मेरे नाम से कहलाते हैं खाकसार बनकर, हालेलुया, कि लिखा खाकसार बनकर दुआ करें और मेरे दीदार के तालिब हों और अपनी बुरी राहों से फिरें, तो मैं आसमान पर से सुनकर उनका गुनाह मुआफ़ करूँगा और उनके मुल्क को बहाल कर दूंगा। और 15 आयत लिखा, अब से जो दुआ इस जगह से की जाएगी उस पर मेरी आंखें खुली और मेरे कान लगे रहेंगे। हालेलुया। सो ਇਹਦੇ ਨਾਲ ਅਸੀਂ 6 ਦੀ ਇੱਕ ਆਇਤ ਪੜ੍ਹ ਲਵਾਂਗੇ ਤਾਂ ਕਿ ਸਾਨੂੰ ਪਤਾ ਲੱਗੇ ਵੀ ਇਹ ਜਿਹੜੀ ਗੱਲ ਪਰਮੇਸ਼ਵਰ ਨੂੰ ਕਹਿਣੀ ਕਿਉਂ ਪਈ ਆ। ਸੋ 6 ਦੀ 41 ਆਇਤ ਅਸੀਂ पढ़ांगे, 41 और 42 आयत। अब हे यहोवा परमेश्वर उठकर अपने सामर्थ के संदूक समेत अपने विश्राम स्थान में आ। हे यहोवा परमेश्वर तेरे राज उधार रूपी वस्त्र पहने रहे और तेरे भक्त लोग भलाई के कारण आनंद करते रहे। हालेलुया। सो अब ऐ खुदावंद खुदा, तो अपनी कुव्वत के संदूक समेत उठकर अपनी आरामगाह में दाखिल हो। ऐ खुदावंद खुदा, तेरे काहिन नजात से मुलब्बस हों और तेरे मुकद्दस नेकी में मगन रहें। ऐ खुदावंद खुदा, तो अपने मनसू को दुआ नामंजूर ना कर, तो अपने बंदे दौद पर की रहमतें याद फरमा। हालेलुया।
ਸੁਲੇਮਾਨ ਨੇ ਜਦੋਂ ਉਸ ਮੰਦਰ ਨੂੰ ਪਰਮੇਸ਼ਵਰ ਦੀ ਪੂਰੀ ਰਜਾ ਦੇ ਨਾਲ ਤਿਆਰ ਕੀਤਾ ਔਰ ਫਿਰ ਉਹਨੇ ਦੁਆ ਕੀਤੀ ਉਹਦੀ ਹਜ਼ੂਰੀ ਨੂੰ ਮੰਗਣ ਵਾਸਤੇ, ਔਰ ਉਸ ਦੁਆ ਦੇ ਵਿੱਚ ਪਰਮੇਸ਼ਵਰ ਨੇ ਜਿਹੜੇ ਵਾਅਦੇ ਦਾਊਦ ਨਾਲ ਕੀਤੇ ਸੀ ਉਹਨਾਂ ਨੂੰ ਪਰਮੇਸ਼ਵਰ ਨੂੰ ਯਾਦ ਕਰਾਇਆ, ਉਹਦੇ ਅੱਗੇ ਰੱਖਿਆ, ਔਰ ਇਸ ਦੁਆ ਦੇ ਨਾਲ ਉਹਨੇ ਆਮੀਨ ਜਦੋਂ ਕਿਹਾ ਤੇ 7 ਦੀ 1 ਆਇਤ 'ਚ ਲਿਖਿਆ, जब सुलेमान दुआ कर चुका तो आसमान पर से आग उतरी और सुकतनी कुर्बानी और जबीहों को भस्म कर दिया और मस्कन खुदावंद के जलाल से मामूर हो गया। हालेलुया। सो सुलेमान ने अपने फर्ज ਨੂੰ ਪੂਰਾ ਕੀਤਾ, जैसा खुदा ਚਾਹੁੰਦਾ ਸੀ ਉਹਦੀ ਮਰਜ਼ੀ ਦੇ ਨਾਲ ਉਹਨੇ ਉਹਦੇ ਮੰਦਰ ਨੂੰ ਬਣਾਇਆ। जद कि उस मंदिर ਦੇ ਵਿਖੇ ਕਿਹਾ ਗਿਆ ਸੀ, ਖੁਦਾਵੰਦ ਖੁਦਾ ਨੇ ਕਿਹਾ ਸੀ, मैं मिट्टी ते गारे दे बनाए हुए इन्हां मंदिरां दे विच रहिंदा नहीं आ, लेकिन दाऊद दी मुहब्बत ते ओहदी उस जज्बे नूं ध्यान 'च रखदे होए खुदावंद खुदा ने ਇਹ इजाजत ਦਿੱਤੀ ਸੀ कि तू ते नहीं बना सकदा मेरे घर नूं, क्योंकि तू राजा होण दे कारण बहुत लहू बहाया ते खूनी हथ मेरे घर नूं बना सकदे नहीं आ। हाँ, तू इल्तजा रखी आ और मैं तेरी इस बेनती नूं जरूर सुनिया आ। तेरे घर दे विच ਜਿਹੜਾ ਪੈਦਾ ਹੋਵੇਗਾ ਉਹ ਤੇਰੀ ਇਸ ਖੁਆਇਸ਼ ਨੂੰ ਪੂਰਾ ਕਰੇਗਾ। ਮੈਂ ਉਹਨੂੰ ਮੌਕਾ ਦੇਵਾਂਗਾ ਆਪਣਾ ਘਰ ਬਣਾਉਣ ਦੇ ਵਾਸਤੇ, ਤੇ ਤੂੰ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਤੇਰੇ ਹੱਥ ਖੂਨੀ ਹੱਥ ਆ। ਸੋ ਸੁਲੇਮਾਨ ਨੂੰ ਇਹ ਮੌਕਾ ਮਿਲਿਆ ਫਿਰ ਖੁਦਾ ਦੇ ਉਸ ਮੰਦਰ ਨੂੰ ਬਣਾਉਣ ਦਾ, ਔਰ ਸਭ ਕੁਝ ਪਰਮੇਸ਼ਵਰ ਦੀ ਰਜਾ ਦੇ ਵਿੱਚ ਬਣਾ ਕੇ ਜਦੋਂ ਉਹਨੇ ਮੁਕੰਮਲ ਕੀਤਾ ਤੇ ਫਿਰ ਉਹਨੇ ਕਿਹਾ ਆਪਣੇ ਵਾਅਦੇ ਦੇ ਅਨੁਸਾਰ ਜਿਵੇਂ ਤੂੰ ਮਿਲਾਪ ਦੇ ਤੰਬੂ ਦੇ ਵਿੱਚ ਤੇਰਾ ਜਲਾਲ ਰਹਿੰਦਾ ਸੀ ਉਸੇ ਤਰ੍ਹਾਂ ਹੁਣ ਇਸ ਮੰਦਰ ਦੇ ਵਿੱਚ ਵੀ ਤੇਰਾ ਜਲਾਲ ਹਮੇਸ਼ਾ ਰਵੇ। ਔਰ ਜਦੋਂ ਤੇਰਾ ਕੋਈ ਬੰਦਾ ਇਸ ਮੰਦਰ ਵੱਲ ਹੱਥ ਕਰਕੇ ਅੱਖਾਂ ਕਰਕੇ ਹੱਥ ਚੁੱਕ ਕੇ ਪ੍ਰਾਰਥਨਾ ਕਰੇ ਤੇ ਭਾਵੇਂ ਉਹ ਕਿਸੇ ਬਿਮਾਰੀ ਵਿੱਚ ਹੋਵੇ, ਭਾਵੇਂ ਮੁਸੀਬਤ ਵਿੱਚ ਹੋਵੇ, ਭਾਵੇਂ ਗੁਲਾਮੀ ਵਿੱਚ ਹੋਵੇ, ਤੂੰ ਆਪਣੇ ਬੰਦੇ ਦੀ ਦੁਆ ਨੂੰ ਸੁਣੀ ਤੇ ਸਵਰਗ ਤੋਂ ਸੁਣ ਕੇ ਤੂੰ ਉਹਦਾ ਉੱਤਰ ਜ਼ਰੂਰ ਦੇਵੀਂ। ਹਾਲੇਲੂਇਆ। ਸੋ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਮੁਸੀਬਤ ਜਦੋਂ ਡੈਨੀਅਲ ਦੇ ਤੇ ਆਈ ਤੇ ਲਿਖਿਆ ਉਹਨੇ ਯਰੂਸ਼ਲਮ ਵੱਲ ਖੁੱਲਣ ਵਾਲੀ ਖਿੜਕੀ ਨੂੰ ਖੋਲ੍ਹਿਆ ਤੇ ਆਪਣੇ ਨੀਅਤ ਸਮੇਂ ਦੇ ਅਨੁਸਾਰ ਉਹ ਪ੍ਰਾਰਥਨਾ ਕਰਦਾ ਰਿਹਾ ਤੇ ਅਜ਼ਰ ਇਹ ਮਿਲਿਆ ਕਿ ਜਿਹੜਾ ਸੁਲੇਮਾਨ ਨਾਲ ਖੁਦਾ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਖੁਦਾ ਨੇ ਕਿਵੇਂ ਪੂਰਾ ਕੀਤਾ। ਆਪਣੇ ਵਾਅਦੇ ਨੂੰ ਪਰਮੇਸ਼ਵਰ ਚੇਤੇ ਰੱਖਦਾ ਆ, ਅਸੀਂ ਆਪਣੇ ਵਾਅਦੇ ਭੁੱਲ ਜਾਂਦੇ ਹਾਂ। ਮਸਲਾ ਕੀ ਆ? ਪਰਮੇਸ਼ਵਰ ਆਪਣੇ ਵਾਅਦੇ ਨੂੰ ਚੇਤੇ ਰੱਖਦਾ ਆ ਪਰ ਅਸੀਂ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਜਾਂਦੇ ਹਾਂ। 15 ਆਇਤ ਫਿਰ ਦੁਬਾਰਾ ਪੜ੍ਹ ਦੇਵਾਂਗੇ ਤਾਂ ਕਿ ਅਸੀਂ ਸਮਝ ਸਕੀਏ ਕਿ ਡੈਨੀਅਲ ਨੇ ਦੁਆ ਕੀਤੀ ਔਰ ਖੁਦਾ ਨੇ ਉਹਦੀ ਦੁਆ ਨੂੰ ਸੁਣਿਆ, ਉਹਨੂੰ ਮੌਤ ਦੇ ਮੂੰਹ ਦੇ ਵਿੱਚੋਂ ਖੁਦਾ ਨੇ ਬਚਾਇਆ। ਹਾਂਜੀ। अब से जो इस स्थान में की जाएगी उस पर मेरी आंखें खुली और मेरे कान लगे रहे। ਹੁਣ ਤੋਂ ਜਿਹੜੀ ਪ੍ਰਾਰਥਨਾ ਹਾਂਜੀ इस स्थान में की जाएगी, ਇਸ ਸਥਾਨ ਦੇ ਵਿੱਚ ਕੀਤੀ ਜਾਊਗੀ, उस पर मेरी आंखें ਉਹਦੇ ਉੱਤੇ ਮੇਰੀਆਂ ਅੱਖਾਂ खुली और मेरे कान लगे रहे। ਅੱਖਾਂ ਮੇਰੀਆਂ ਖੁੱਲੀਆਂ ਰਹਿਣਗੀਆਂ ਤੇ ਮੇਰੇ ਕੰਨ लगे रहे। ਇਹ ਪਰਮੇਸ਼ਵਰ ਦਾ ਪ੍ਰੋਮਿਸ ਹੈ ਕਿ ਮੇਰੀਆਂ ਅੱਖਾਂ ਇਸ ਭਵਨ ਦੇ ਉੱਤੇ ਖੁੱਲੀਆਂ ਰਹਿਣਗੀਆਂ ਤੇ ਮੇਰੇ ਕੰਨ ਇਸ ਭਵਨ ਤੋਂ ਕੀਤੀ ਜਾਣ ਵਾਲੀ ਹਰੇਕ ਪ੍ਰਾਰਥਨਾ ਵੱਲ ਲੱਗੇ ਰਹਿਣਗੇ। ਹਾਲੇਲੂਇਆ। ਸੋ ਇਹ ਤੇ ਮੰਦਰ ਸੀ ਉਹ ਜਿਹੜਾ ਸੁਲੇਮਾਨ ਨੇ ਬਣਾਇਆ, ਔਰ ਜਦੋਂ ਸੁਲੇਮਾਨ ਪ੍ਰਾਰਥਨਾ ਕਰ ਹਟਿਆ ਤੇ ਲਿਖਿਆ ਆਕਾਸ਼ ਤੋਂ ਪਰਮੇਸ਼ਵਰ ਦੀ ਕੁਦਰਤ ਉਤਰੀ ਔਰ ਪਰਮੇਸ਼ਵਰ ਦੇ ਜਲਾਲ ਨੇ ਉਸ ਪੂਰੇ ਜਿਹੜੇ ਮੰਦਰ ਸੀਗਾ ਉਹਨੂੰ ਆਪਣੇ ਜਲਾਲ ਦੇ ਨਾਲ ਕੀ ਕੀਤਾ? ਅਤੀ ਪਵਿੱਤਰ ਸਥਾਨ ਦੇ ਪੂਰੇ ਜਲਾਲ ਦੇ ਨਾਲ ਭਰ ਗਿਆ। ਪਰਮੇਸ਼ਵਰ ਨਹੀਂ ਆਇਆ, ਪਰਮੇਸ਼ਵਰ ਦਾ ਜਲਾਲ ਆਇਆ ਤੇ ਉਹ ਮੰਦਰ ਜਿਹੜਾ ਸੀਗਾ ਉਹ ਜਿਹੜਾ ਪਵਿੱਤਰ ਸਥਾਨ ਸੀਗਾ ਅਤੀ ਪਵਿੱਤਰ ਸਥਾਨ ਉਹ ਕਿੱਦਾਂ ਹੋ ਗਿਆ ਭਲਾ? ਉਹਦੇ ਜਲਾਲ ਦੇ ਨਾਲ ਭਰ ਗਿਆ। ਔਰ ਪਰਮੇਸ਼ਵਰ ਨੇ ਉਹਨਾਂ ਦੇ ਨਾਲ ਗੱਲ ਕੀਤੀ ਔਰ ਇਹ ਪ੍ਰੋਮਿਸ ਕੀਤਾ ਕਿ ਜੇ ਤੁਸੀਂ ਮੇਰੇ ਲਈ ਇਸ ਮੰਦਰ ਨੂੰ ਮੇਰੀ ਇੱਛਾ ਦੇ ਅਨੁਸਾਰ ਬਣਾਇਆ ਤੇ ਫਿਰ ਮੈਂ ਵੀ ਹੁਣ ਤੁਹਾਡੀ ਹਰੇਕ ਇੱਛਾ ਨੂੰ ਪੂਰਾ ਕਰਾਂਗਾ। ਹਾਲੇਲੂਇਆ। ਇਹ ਤੇ ਉਹ ਮੰਦਰ ਦੀ ਗੱਲ ਆ ਤੇ ਹੁਣ ਅਸੀਂ ਅਸਲੀ ਮੰਦਰ ਦੇ ਵੱਲ ਆਉਂਦੇ ਆ। ਪੜਾਂਗੇ ਪਹਿਲਾ ਕਰੰਥੀਆਂ ਦਾ ਖੱਤ 3 ਅਧਿਆਇ ਦੀ 16 ਆਇਤ। ਪਹਿਲਾ ਕਰੰਥੀਆਂ
3 ਅਧਿਆਇ ਉਹਦੀ 16 ਆਇਤ। क्या तुम नहीं जानते कि तुम परमेश्वर का मंदिर हो? ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਹੋ ਜੀ? परमेश्वर का मंदिर हो। ਹੁਣ ਮਸਲਾ ਆ ਗਿਆ ਉਸ ਮੰਦਰ ਤੋਂ ਉੱਠ ਕੇ ਕਿੱਧਰ ਸਿੱਧਾ ਇਸ ਮੰਦਰ ਵਾਲੇ ਪਾਸੇ। ਹਾਂਜੀ, ਪਹਿਲਾਂ ਉਸ ਮੰਦਰ ਦੇ ਉੱਤੇ ਨਜ਼ਰ ਲੱਗੀ ਸੀ ਤੇ ਹੁਣ ਕਿਹੜੇ ਮੰਦਰ ਦੇ ਉੱਤੇ? ਉਸ ਮੰਦਰ ਦੇ ਵਿੱਚ ਵੀ ਕਿਸੇ ਅਪਵਿੱਤਰ ਚੀਜ਼ ਨੂੰ ਪਰਮੇਸ਼ਵਰ ਬਰਦਾਸ਼ਤ ਨਹੀਂ ਸੀ ਕਰਦਾ। ਉਸ ਮੰਦਰ ਨੂੰ ਜਿਹਦੇ ਉੱਤੇ ਪਰਮੇਸ਼ਵਰ ਦੀ ਨਿਗਾਹ ਲੱਗੀ ਹੋਈ ਸੀ, ਉਸ ਮੰਦਰ ਦੇ ਵਿੱਚ ਵੀ ਉਹ ਕਿਸੇ ਅਪਵਿੱਤਰ ਚੀਜ਼ ਨੂੰ ਬਰਦਾਸ਼ਤ ਕੋਈ ਬੇਨਿਯਮੀ ਉੱਥੇ ਬਰਦਾਸ਼ਤ ਨਹੀਂ ਸੀ ਹੁੰਦੀ। ਜਿਹੜਾ ਵੀ ਕਰਦਾ ਸੀਗਾ ਉਸੇ ਵਕਤ ਉਹਦੀ ਮੌਤ ਹੋ ਜਾਂਦੀ ਸੀ। ਔਰ ਅਤੀ ਪਵਿੱਤਰ ਸਥਾਨ ਦੇ ਅੰਦਰ ਜਿਹੜਾ ਮਹਾਜਾਜਕ ਲੈ ਕੇ ਜਾਂਦਾ ਸੀ ਕੁਰਬਾਨੀ ਦੇ ਲਈ ਜੋ ਵੀ ਠਹਿਰਾਇਆ ਹੋਇਆ ਸੀਗਾ, ਅਗਰ ਮਹਾਜਾਜਕ ਦੇ ਵਿੱਚ ਵੀ ਪਾਪ ਹੁੰਦਾ ਸੀ ਤਾਂ ਉਹ ਵੀ ਅੰਦਰ ਹੀ ਮਰ ਜਾਂਦਾ ਸੀ। ਸੋ ਐਡੀ ਅਣਖ ਸੀ ਪਰਮੇਸ਼ਵਰ ਨੂੰ ਆਪਣੇ ਉਸ ਮੰਦਰ ਦੇ ਲਈ। ਸੋ ਅਸੀਂ ਦੇਖਾਂਗੇ ਅੱਜ ਕਿ ਹੁਣ ਅਸੀਂ ਕੀ ਆ? ਉਹਦਾ ਮੰਦਰ ਆ। ਅਗਰ ਉਸ ਮੰਦਰ ਦੇ ਵਾਸਤੇ ਜਿਹਨੂੰ ਪਰਮੇਸ਼ਵਰ ਨੇ ਨਮੂਨੇ ਦੀ ਤੌਰ ਤੇ ਰੱਖਿਆ ਸੀ, ਉਸ ਮੰਦਰ ਵਾਸਤੇ ਅਗਰ ਪਰਮੇਸ਼ਵਰ ਦੀ ਇੰਨੀ ਅਣਖ ਤੇ ਇੰਨੀ ਜਲਨ ਸੀ ਤੇ ਫਿਰ ਇਸ ਮੰਦਰ ਵਾਸਤੇ ਤੇ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦੀ ਆ। ਤੇ ਜੇ ਉੱਥੇ ਬੇਨਿਯਮੀ ਨਹੀਂ ਪਸੰਦ ਕਰਦਾ ਸੀ ਤੇ ਫਿਰ ਇੱਥੇ ਵੀ ਪਸੰਦ ਹੋ ਸਕਦੀ ਨਹੀਂ ਆ। ਉਸ ਮੰਦਰ ਦੇ ਵਿੱਚ ਪਰਮੇਸ਼ਵਰ ਦਾ ਜਲਾਲ ਸੀ, ਇਸ ਮੰਦਰ ਦੇ ਵਿੱਚ ਖੁਦ ਆਪ ਹੈ। ਕੀ ਹੈ ਭਲਾ? ਉਸ ਮੰਦਰ ਦੇ ਵਿੱਚ ਉਹਦਾ ਜਲਾਲ ਸੀ, ਉਹ ਮੰਦਰ ਉਹਦੇ ਜਲਾਲ ਦੇ ਨਾਲ ਭਰਿਆ ਸੀ, ਪਰ ਇਸ ਮੰਦਰ ਦੇ ਵਿੱਚ ਖੁਦ ਸਾਖਸ਼ਾਤ ਖੁਦਾਵੰਦ ਖੁਦਾ ਆਪ ਆ। ਯਿਸੂ ਮਸੀਹ ਕਹਿੰਦਾ ਮੈਂ ਜਾਂਦਾ ਹਾਂ ਆਪਣੇ ਬਾਪ ਤੋਂ ਮੰਗਾਂਗਾ ਔਰ ਉਹ ਤੁਹਾਡੇ ਲਈ ਪਾਕ ਰੂਹ ਨੂੰ ਭੇਜੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਯੁੱਗਾਂ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਰਵਾਂਗਾ। ਹਾਲੇਲੂਇਆ। ਸੋ ਹੁਣ ਧਿਆਨ ਰੱਖਿਓ, ਜੇ ਵਚਨ ਸੁਣਨ ਲਈ ਬੈਠੇ ਆ ਤੇ ਫਿਰ ਵਚਨ ਦੇ ਉੱਤੇ ਧਿਆਨ ਦੇ ਦਿਓ, ਸ਼ਾਇਦ ਕਿਤੇ ਤੁਹਾਡੇ ਉੱਤੇ ਕਿਰਪਾ ਹੋ ਜਾਵੇ। ਕੀ ਹੋ ਜਾਵੇ ਭਲਾ? ਸ਼ਾਇਦ ਕਿਤੇ ਕਿਰਪਾ ਹੋ ਜਾਵੇ ਜੇ ਸੁਣ ਲਿਆ ਤੇ ਜੇ ਨਾ ਸੁਣਿਆ ਜਾਂ ਅਣਸੁਣਾ ਕੀਤਾ ਤੇ ਫਿਰ ਯਾਦ ਰੱਖਿਓ ਜਿੱਥੇ ਉਹ ਰਹਿਮ ਦਿਲ ਬਹੁਤ ਆ ਉੱਥੇ ਉਹਦੇ ਕ੍ਰੋਧ ਦਾ ਸਾਹਮਣਾ ਕਰਨਾ ਵੀ ਫਿਰ ਬੜਾ ਔਖਾ ਆ। ਸੋ ਬੇਨਿਯਮੀ ਉਸ ਮੰਦਰ ਦੇ ਵਿੱਚ ਵੀ ਪਸੰਦ ਨਹੀਂ ਸੀ ਤੇ ਬੇਨਿਯਮੀ ਇਸ ਮੰਦਰ ਦੇ ਵਿੱਚ ਵੀ ਪਸੰਦ ਨਹੀਂ। ਤੇ ਹੁਣ ਮੰਦਰ ਅਸੀਂ ਆ, ਉੱਥੇ ਜਲਾਲ ਸੀ, ਇੱਥੇ ਆਪ ਆ। ਕਹਿੰਦਾ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਆਵਾਂਗਾ ਤੇ ਸਦਾ ਤੁਹਾਡੇ ਨਾਲ ਰਵਾਂਗਾ। ਤੇ ਹੁਣ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਉਹ ਇਸ ਮੰਦਰ ਦੇ ਵਿੱਚ ਖੁਦ ਵਾਸ ਕਰਦਾ ਹੈ। ਪਰ ਅੱਜ ਗੌਰ ਕਰੋ, ਉਸ ਮੰਦਰ ਦੇ ਵਿੱਚ ਕੋਈ ਵੀ ਬੇਨਿਯਮੀ ਪਸੰਦ ਨਹੀਂ ਸੀ ਕੀਤੀ ਜਾਂਦੀ ਔਰ ਇਸ ਮੰਦਰ ਦੇ ਵਿੱਚ ਕੋਈ ਨਿਯਮ ਰਿਹਾ ਹੀ ਨਹੀਂ। ਉੱਥੇ ਕੋਈ ਬੇਨਿਯਮੀ ਪਸੰਦ ਨਹੀਂ ਸੀ ਕੀਤੀ ਜਾਂਦੀ ਤੇ ਇੱਥੇ ਕੋਈ ਨਿਯਮ ਹੈ ਨਹੀਂ। ਮੈਂ ਗਰੰਟੀ ਨਾਲ ਕਹਿ ਸਕਦਾ ਇੱਥੇ ਬੈਠੇ ਹੈਗੇ ਆ, ਤੁਸੀਂ ਵਚਨ ਸੁਣਦੇ ਹੋ, ਪਰ ਤੁਹਾਡਾ ਧਿਆਨ ਬਹੁਤਿਆਂ ਦਾ ਵਿੱਚੋਂ ਵਚਨ ਵਾਲੇ ਪਾਸੇ ਹੈ ਨਹੀਂ ਆ। ਇਹ ਗਰੰਟੀ ਆ ਵੀ ਬਹੁਤਿਆਂ ਦਾ ਧਿਆਨ ਵਚਨ ਵਾਲੇ ਪਾਸੇ ਹੈ ਨਹੀਂ। ਸੋਚਦੇ ਆ ਦਿਲ ਦੇ ਕਿੱਥੇ ਫਸ ਗਏ ਆ, ਮਨ ਚ ਸੋਚਦੇ ਆ ਕਿੱਥੇ ਫਸ ਗਏ ਆ। ਖਾਣ ਪੀਣ ਆਏ ਸੀਗੇ ਆਮੀਨ ਕਹਿਣ ਤੇ ਫਿਰ ਉਸੇ ਪਾਸੇ ਹੋਈਏ, ਇਸ ਪਾਸੇ ਨਹੀਂ ਆ। ਔਰ ਯਾਦ ਰੱਖਿਓ ਜਿਹੜਾ ਇਸ ਰੋਟੀ ਦਾ ਤਿਰਸਕਾਰ ਕਰਦਾ ਹੈ ਉਹ ਕਦੇ ਤ੍ਰਿਪਤ ਨਹੀਂ ਹੋਵੇਗਾ। ਤੇ ਕਹਿੰਦਾ ਜਿਹੜਾ ਇਸ ਰੋਟੀ ਦੇ ਵਿੱਚੋਂ ਨਹੀਂ ਖਾਂਦਾ ਉਹਦੇ ਨਾਲ ਨਾ ਮੇਰਾ ਕੋਈ ਹਿੱਸਾ ਆ ਤੇ ਨਾ ਮੇਰੀ ਕੋਈ ਸਾਂਝ। ਤੇ ਫਿਰ ਉਹ ਕਹਿੰਦਾ ਇਹੋ ਜਿਹੇ ਮਨੁੱਖ ਵਾਸਤੇ ਕਦੇ ਦੁਆ ਵੀ ਕਰਨੀ। ਤੇ ਮੈਂ 3-4 ਦਿਨ ਪਹਿਲਾਂ ਗੌਰ ਕਰਦਾ ਸੀਗਾ ਕਿ ਪਾਸਟਰਾਂ ਨੂੰ ਤੇ ਵਿਚਾਰਿਆਂ ਬਿਮਾਰੀ ਜੀ ਲੱਗੀ ਹੋਈ ਪ੍ਰਾਰਥਨਾਵਾਂ ਕਰਨ ਦੀ, ਤੇ ਜਿਹੜਾ ਵੀ ਹੁੰਦਾ ਪਾਸਟਰ ਪ੍ਰਾਰਥਨਾ ਕਰਦੇ ਫਟਾਫਟ ਕਰ ਦਿੰਦੇ ਆ। ਔਰ ਮੇਰੇ ਮਨ ਦੇ ਵਿੱਚ ਰੱਬ ਨੇ ਇਹ ਪਾਇਆ ਕਿ ਇਹੋ ਜਿਹੇ ਮਨੁੱਖ ਵਾਸਤੇ ਦੁਆ ਵੀ ਨਹੀਂ ਕਰਨੀ ਚਾਹੀਦੀ। ਕੀ ਨਹੀਂ ਕਰਨੀ ਚਾਹੀਦੀ? ਇਹੋ ਜਿਹੇ ਮਨੁੱਖ ਵਾਸਤੇ ਦੁਆ ਨਹੀਂ ਕਰਨੀ ਚਾਹੀਦੀ। ਮਨ 'ਚ ਮੇਰੇ ਪਾਇਆ, ਪਰ ਇਹ ਵਚਨ ਦੇ ਵਿੱਚ ਵੀ ਇਹਦਾ ਵੇਰਵਾ ਆ। ਕਿਉਂ ਭਲਾ? ਜਿਹੜਾ ਖੁਦਾ ਦੀ ਨਹੀਂ ਸੁਣਦਾ, ਤੁਸੀਂ ਕਿਉਂ ਉਹਦੀ ਇਲਤਜਾ ਖੁਦਾ ਦੇ ਅੱਗੇ ਰੱਖੋਗੇ ਉਹਦੀ ਖੁਦਾ ਸੁਣੇ? ਜਿਹੜਾ ਖੁਦਾ ਦੀ ਨਹੀਂ ਸੁਣਦਾ ਉਹਦੀ ਇਲਤਜਾ ਫਿਰ ਖੁਦਾ ਦੇ ਅੱਗੇ ਰੱਖਣ ਦਾ ਮਤਲਬ ਵੀ
ਕੋਈ ਨਹੀਂ ਆ। ਇੱਕ ਪਤਨੀ ਪਤੀ ਦੀ ਸੁਣੇ ਨਾ, ਹਾਂਜੀ, ਤੇ ਜਦੋਂ ਝੱਗਾ ਚਾਹੀਦਾ ਉਦੋਂ ਕਵੇ ਸੁਣੋ ਜੀ, ਮੈਨੂੰ ਲਿਆ ਕੇ ਦਿਓ ਸੋਹਣਾ ਜਿਹਾ ਜਿੱਦਾਂ ਦਾ ਮੇਰੀ ਨਾਲ ਦੀ ਨੇ ਲੈ ਕੇ ਆਂਦਾ, ਫਿਰ ਲਿਆ ਕੇ ਦਊਗਾ ਨਾ, ਹਾਂਜੀ। ਫਿਰ ਮੁਸ਼ਕਿਲ ਹੈ ਨਾ, ਔਖਾ ਕਿਉਂ ਲਿਆ ਕੇ ਦਵੇ? ਕਿਉਂਕਿ ਜੇ ਤੂੰ ਪਤੀ ਦੀ ਨਹੀਂ ਸੁਣਦੀ ਤੇ ਫਿਰ ਪਤੀ ਵੀ ਤੇਰੀ ਨਹੀਂ ਸੁਣੇਗਾ। ਜੇ ਅਸੀਂ ਖੁਦਾ ਦੀ ਨਹੀਂ ਸੁਣਦੇ ਤੇ ਫਿਰ ਖੁਦਾ ਵੀ ਸਾਡੀ ਨਹੀਂ ਸੁਣੇਗਾ। ਹੁਣ ਆ ਗਈ ਗੱਲ ਸਿਫਾਰਿਸ਼ ਦੀ। ਫਿਰ ਉਹ ਕਰਵਾਏਗੀ ਸਿਫਾਰਿਸ਼, ਕਿਸੇ ਦੇ ਕੋਲੋਂ ਲੱਭੂਗੀ ਜਿਹਦੀ ਮੇਰਾ ਪਤੀ ਮੰਨ ਸਕਦਾ ਆ। ਇਦਾਂ ਹੀ ਹੈ ਜੀ। ਫਿਰ ਕਿਹਨੂੰ ਲੱਭੂਗੀ ਭਲਾ? ਜਿਹਦੀ ਮੇਰਾ ਪਤੀ ਮੰਨ ਸਕਦਾ ਆ, ਫਿਰ ਉਹਨੂੰ ਲੱਭੇਗੀ। ਤੇ ਜਿਹਦੀ ਪਤੀ ਮੰਨ ਸਕਦਾ ਆ ਉਹਨੂੰ ਉਸ ਪਤੀ ਨੇ ਲਿਖ ਕੇ ਦਿੱਤਾ, ਇਹੋ ਜਿਹੇ ਮਨੁੱਖ ਵਾਸਤੇ ਪ੍ਰਾਰਥਨਾ ਨਹੀਂ ਕਰਨੀ। ਤੇ ਜੇ ਅਸੀਂ ਉਸ ਵਚਨ ਤੋਂ ਹੁਣ ਬਾਹਰ ਜਾਂਦੇ ਆ, ਇਹੋ ਜਿਹੇ ਮਨੁੱਖ ਲਈ ਪ੍ਰਾਰਥਨਾ ਕਰਦੇ ਆ, ਤੇ ਇਹਦਾ ਮਤਲਬ ਅਸੀਂ ਵੀ ਖੁਦਾ ਦੇ ਵਚਨ ਦਾ ਫਿਰ ਸਾਹਮਣਾ ਕਰਦੇ ਆ। ਤੇ ਸਜ਼ਾ ਉੱਥੇ ਕੀ ਸੀਗਾ? ਬੇਨਿਜਮੀ ਵਾਲਾ ਬੰਦਾ ਮਾਰਿਆ ਜਾਂਦਾ ਸੀ ਉਸ ਟੈਂਪਰੇਰੀ ਮੰਦਿਰ ਦੇ ਵਿੱਚ। ਤੇ ਫਿਰ ਇਸ ਪੱਕੇ ਮੰਦਿਰ ਦੇ ਵਿੱਚ ਤੇ ਕੋਈ ਗੁੰਜਾਇਸ਼ ਦੀ ਗੱਲ ਹੈ ਹੀ ਨਹੀਂ ਹੈ। ਸੋ ਜਿੱਦਾਂ ਜਿੱਦਾਂ ਵਕਤ ਨੇੜੇ ਆ ਰਿਹਾ ਨਾ, ਉਦਾਂ ਉਦਾਂ ਸਖਤੀ ਵੀ ਵਧਣੀ ਚਾਹੀਦੀ ਹੈ, ਪਰ ਸਖਤੀ ਘਟਦੀ ਜਾ ਰਹੀ ਹੈ। ਸੋ ਸਖਤੀ ਦੇ ਵਿੱਚ ਕੋਈ ਵੀ ਲਿਹਾਜ਼ ਨਹੀਂ ਹੋਣਾ ਚਾਹੀਦਾ। ਸੌਣ ਵਾਲੇ ਸਮੇਂ ਦੇ ਵਿੱਚ ਅਸੀਂ ਬੜੇ ਸਖਤ ਨਿਯਮ ਬਣਾ ਰਹੇ ਹਾਂ, ਤੇ ਉਹਨਾਂ ਤੇ ਉਹੋ ਹੀ ਆਏਗਾ ਫਿਰ ਚਰਚ ਦੇ ਵਿੱਚ ਜਿਹੜਾ ਚੱਲ ਸਕਦਾ ਆ, ਤੇ ਜਿਹੜਾ ਨਹੀਂ ਚੱਲ ਸਕਦਾ ਉਹਦੇ ਲਈ ਫਿਰ ਸ਼ਾਇਦ ਆਉਣਾ ਮੁਸ਼ਕਿਲ ਹੋਵੇਗਾ। ਪਰ ਇਹ ਧਿਆਨ ਰੱਖਿਓ, ਤੁਹਾਨੂੰ ਪਤਾ ਮੇਰੇ ਡਿਸੀਜਨ ਜਿਹੜੇ ਪੱਕੇ ਹੁੰਦੇ ਆ, ਔਰ ਉਹਨਾਂ ਵਿੱਚ ਕੋਈ ਫਿਰ ਹੇਰ ਫੇਰ ਹੁੰਦਾ ਨਹੀਂ ਆ। ਕਿਉਂ? ਇਹ ਵਾਰਨਿੰਗ ਕਿਉਂ ਦੇ ਰਹੇ ਆ? ਇਹ ਧਮਕੀ ਨਹੀਂ ਹੈ, ਇਹ ਪਰਮੇਸ਼ਵਰ ਦੇ ਵਚਨ ਵੱਲੋਂ ਵਾਰਨਿੰਗ ਆ। ਵਾਰਨਿੰਗ ਕੀ ਆ? ਲਿਖਤਾਂ ਦੇ ਮੁਤਾਬਕ ਅਸੀਂ ਬਿਲਕੁਲ ਐਂਡ ਤੇ ਆ ਕੇ ਬੈਠੇ ਹਾਂ। ਹੁਣ ਸਮਾਂ ਬਾਕੀ ਰਿਹਾ। ਭਾਈ ਜੀ ਹੁਣੇ ਗੱਲ ਕਰਦੇ ਪਏ ਸੀ, ਬੜੇ ਬੜੇ ਖਤਰਨਾਕ ਹਥਿਆਰ ਦੇਸ਼ਾਂ ਦੇ ਦੇਸ਼ ਬਣਾ ਰਹੇ ਆ। ਉਹ ਘਰ ਖੇਡਣ ਵਾਸਤੇ ਨਹੀਂ ਬਣਾਉਂਦੇ ਪਏ, ਉਹ ਨਿਆਣਿਆਂ ਨੂੰ ਖਿਡੌਣੇ ਦੇਣ ਵਾਸਤੇ ਨਹੀਂ ਬਣਾ ਰਹੇ, ਉਹ ਲਿਖਤਾਂ ਦੇ ਅਨੁਸਾਰ ਬਣ ਰਿਹਾ ਆ। ਕਾਹਦੇ ਲਈ ਬਣ ਰਿਹਾ ਭਲਾ? ਉਹ ਲਿਖਤਾਂ ਦੇ ਅਨੁਸਾਰ ਬਣ ਰਿਹਾ ਆ। ਸਾਡੇ ਸਾਹਮਣੇ ਅੰਤ ਸਮਾਂ ਆ ਕੇ ਖੜਾ ਆ, ਪਰ ਸਾਨੂੰ ਉਹਦੀ ਕੋਈ ਫਿਕਰ। ਸਾਡੇ ਸਾਹਮਣੇ ਨੂੰਹ ਦਾ ਬੇੜਾ ਤਿਆਰ ਹੋ ਰਿਹਾ ਆ, ਪਰ ਸਾਨੂੰ ਕੋਈ ਫਿਕਰ ਨਹੀਂ। ਉਲਟਾ ਅਸੀਂ ਨੂੰਹ ਨੂੰ ਬੇਵਕੂਫ ਕਹੀ ਜਾਣੇ, ਸ਼ਦਾਈ ਹੋ ਗਿਆ। ਲੋਕੀ ਸਮੁੰਦਰ ਦੇ ਕਿਨਾਰੇ ਜਾ ਕੇ ਜਹਾਜ਼ ਬਣਾਉਂਦੇ ਆ ਸਮੁੰਦਰੀ, ਇਹ ਪਹਾੜ ਦੇ ਉੱਤੇ ਬਣਾਉਣ ਡਿਆ, ਪਾਗਲ ਹੋ ਗਿਆ। ਤੇ ਕਈ ਕਹਿੰਦੇ ਨਹੀਂ, ਘਰ ਨਹੀਂ, ਆਪਣਾ ਘਰ ਹੀ ਬਣਾ ਰਿਹਾ, ਕਿਸ਼ਤੀ ਨਹੀਂ ਬਣਾ ਰਿਹਾ। ਉਹਦਾ ਕਿਸ਼ਤੀ ਨੂੰ ਮੈਂ ਘਰ ਬਣਾ ਰਿਹਾ ਹੋਣਾ। ਕਈਆਂ ਨੂੰ ਇਦਾਂ ਲੱਗਦਾ ਸੀ ਨਾ। ਆਖਰੀ ਦਿਨ ਤੱਕ ਲੋਕੀ ਇਹ ਸਮਝਦੇ ਰਹੇ, ਜਦੋਂ ਤੱਕ ਦਰਵਾਜ਼ਾ ਬੰਦ ਨਹੀਂ ਹੋਇਆ। ਲੋਕੀ ਉਦੋਂ ਤੱਕ ਉਹਨੂੰ ਇਦਾਂ ਹੀ ਸਮਝਦੇ ਰਹੇ। ਤੇ ਅੱਜ ਵੀ ਸਾਡੇ ਵਰਗਾ ਸੇਵਕ ਜਦੋਂ ਵਾਰਨਿੰਗ ਦਿੰਦਾ ਨਾ, ਤੇ ਅੱਜ ਵੀ ਲੋਕੀ ਇਦਾਂ ਹੀ ਸਮਝਦੇ ਆ। ਲੋਕਾਂ ਨੂੰ ਅੱਜ ਵੀ ਇਦਾਂ ਹੀ ਲੱਗਦਾ, ਕਿਉਂਕਿ ਉਦੋਂ ਵੀ ਇਹੋ ਹੀ ਲੋਕ ਸੀਗੇ। ਨੋਹਾ ਦੇ ਜ਼ਮਾਨੇ 'ਚ ਵੀ ਲੋਕ ਇਦਾਂ ਦੇ ਸੀਗੇ, ਤੇ ਅੱਜ ਵੀ ਲੋਕ ਇਦਾਂ ਦੇ ਹੀ ਆ। ਸੁਣਦੇ ਉਦੋਂ ਵੀ ਨਹੀਂ ਸੀ, ਤੇ ਸੁਣਦੇ ਹੁਣ ਵੀ ਨਹੀਂ ਆ। ਲੇਕਿਨ ਨੋਹਾ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਉਸੇ ਤਰ੍ਹਾਂ ਸਾਡਾ ਕੀ ਫਰਜ਼ ਬਣਦਾ ਭਲਾ? ਅਸੀਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰੀਏ। ਕਿਉਂ? ਲਿਖਿਆ, ਰਾਖਾ ਅਗਰ ਤਲਵਾਰ ਨੂੰ ਆਉਂਦੀ ਦੇਖੇ ਤੇ ਲੋਕਾਂ ਨੂੰ ਸਾਵਧਾਨ ਨਾ ਕਰੇ, ਲੋਕ ਤੇ ਆਪਣੇ ਪਾਪ ਦੇ ਵਿੱਚ ਮਰਨਗੇ, ਪਰ ਮੈਂ ਉਹਨਾਂ ਦੀ ਜਾਨ ਦਾ ਬਦਲਾ ਰਾਖੇ ਤੋਂ ਮੰਗਾਂਗਾ। ਇਸ ਲਈ ਰਾਖਾ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਅਸੀਂ ਪੂਰਾ ਖੋਲ ਕੇ ਦੱਸ ਦਈਏ। ਤੁਹਾਨੂੰ ਸ਼ਾਇਦ ਪਤਾ ਨਹੀਂ ਆ, ਮਿਸਰ, ਦੁਬਈ, ਸਾਊਦੀਆ ਵਰਗੇ ਦੇਸ਼ਾਂ ਦੀ ਸੁਲ੍ਹਾ ਇਸਰਾਇਲ ਦੇ ਨਾਲ ਹੋਣਾ ਇਹ ਕੋਈ ਛੋਟਾ ਸੰਕੇਤ ਨਹੀਂ ਹੈ। ਔਰ ਖਾਸ ਕਰਕੇ ਸਾਊਦੀਆ ਅਰਬ ਵਰਗਾ ਦੇਸ਼, ਜਿਹੜਾ ਕਿ ਇਸਰਾਇਲ ਦਾ ਕੱਟੜ ਦੁਸ਼ਮਣ, ਉਹਦੇ ਨਾਲ ਸੰਧੀ ਹੋਣਾ ਕੋਈ ਛੋਟੀ ਚਿੰਨ੍ਹ ਨਹੀਂ ਆ। ਪਰ ਅਸੀਂ ਇਹਨਾਂ ਗੱਲਾਂ ਨੂੰ ਕਿੱਦਾਂ ਲੈਂਦੇ ਆ ਭਲਾ? ਜਾਂ ਤੇ ਸਾਨੂੰ ਪਤਾ ਹੀ ਨਹੀਂਗਾ, ਜਾਂ ਅਸੀਂ ਸੁਣ ਕੇ ਨਜ਼ਰਅੰਦਾਜ਼ ਕਰਦੇ ਹਾਂ, ਤੇ ਜਾਂ ਫਿਰ ਕਹਿੰਦੇ ਕੋਈ ਗੱਲ ਨਹੀਂ,
ਬਥੇਰੀ ਦੇਰ ਤੋਂ ਸੁਣਦੇ ਆ ਰਹੇ ਉਹਨੇ ਆਉਣਾ ਕਿਹੜਾ ਆ ਗਿਆ, ਤੇ ਹੁਣ ਵੀ ਕਿਹੜਾ ਆਉਣਾ ਆ। ਲੇਕਿਨ ਆਉਣ ਦੀਆਂ ਨਿਸ਼ਾਨੀਆਂ ਜਿਹੜੀਆਂ ਦੱਸੀਆਂ ਸੀ ਨਾ, ਉਹ ਸਾਰੀਆਂ ਪੂਰੀਆਂ ਹੁੰਦੀਆਂ ਜਾ ਰਹੀਆਂ ਆ। ਔਰ ਇਸ ਟਾਈਮ ਪੂਰੀ ਤਿਆਰੀ ਕਰ ਲਈ ਆ ਇਸਰਾਇਲ ਨੇ ਉਸ ਭਵਿੱਖਬਾਣੀ ਦੇ ਮੁਤਾਬਕ ਜਿਹੜੀ ਯਰਮਾਇਆ ਤੇ ਹਿਜਕੇਲ ਦੇ ਵਿੱਚ ਲਿਖੀ ਗਈ ਆ, ਮੈਂ ਏਲਾਮ ਦੇ ਧਨੁੱਖ ਨੂੰ ਤੋੜ ਦਿਆਂਗਾ। ਉਸ ਭਵਿੱਖਬਾਣੀ ਦੇ ਮੁਤਾਬਕ ਪੂਰੀਆਂ ਤਿਆਰੀਆਂ ਹੋ ਚੁੱਕੀਆਂ। ਉਹ ਅਰਬ ਕੰਟਰੀਆਂ ਦਾ ਇਸਰਾਇਲ ਦੇ ਨਾਲ ਮਿਲਣ ਦਾ ਕਾਰਨ ਇਹ ਆ, ਉਹਨਾਂ ਨੂੰ ਸਦਾਮ ਹੁਸੈਨ ਵਾਂਗੂ ਡਰਿਆ ਵੀ ਜਿਵੇਂ ਉਹਨੇ ਆ ਕੇ ਕੁਵੈਤ ਉੱਤੇ ਕਬਜ਼ਾ ਕਰ ਲਿਆ ਸੀ, ਤੇ ਇਹ ਹੁਣ ਪਰਮਾਣੂ ਸ਼ਕਤੀ ਬਣ ਗਿਆ ਹੈ, ਤੇ ਕਿਤੇ ਬਾਅਦ 'ਚ ਇਹ ਅਰਬਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਨਾ ਲੈ ਲਵੇ। ਇਹ ਤੇ ਦੁਨਿਆਵੀ ਤੌਰ ਤੇ ਉਹ ਦੇਖਦੇ ਆ, ਪਰ ਪਰਮੇਸ਼ਵਰ ਨੂੰ ਅਗੰਮ ਗਿਆਨ ਦੇ ਵਿੱਚ ਸੈਂਕੜੇ ਸਾਲ ਪਹਿਲਾਂ ਪਤਾ ਸੀ, ਆਪਣੇ ਨਬੀ ਦੇ ਦੁਆਰਾ ਦੱਸ ਦਿੱਤਾ। ਉਹਨੂੰ ਤੇ ਆਦ ਤੋਂ ਪਤਾ ਸੀ, ਨਬੀਆਂ ਦੇ ਦੁਆਰਾ ਉਹਨੇ ਸੈਂਕੜੇ ਸਾਲ ਪਹਿਲਾਂ ਇਸ ਗੱਲ ਨੂੰ ਦੱਸ ਦਿੱਤਾ ਸੀ, ਮੈਂ ਏਲਾਮ ਦੇ ਧਨੁੱਖ ਨੂੰ ਤੋੜਾਂਗਾ। ਏਲਾਮ ਕੌਣ ਆ? ਈਰਾਨ ਦਾ ਉਹ ਸ਼ਹਿਰ ਜਿਹਦੇ ਵਿੱਚ ਉਹਨਾਂ ਨੇ ਆਪਣਾ ਉਹ ਸਾਰਾ ਪਰਮਾਣੂ ਪ੍ਰੋਗਰਾਮ ਫਿੱਟ ਕੀਤਾ ਹੈ। ਔਰ ਉਸ ਪਰਮਾਣੂ ਪ੍ਰੋਗਰਾਮ ਦਾ ਜਿਹੜਾ ਸਭ ਤੋਂ ਵੱਧ ਖਤਰਾ ਉਹ ਇਸਰਾਇਲ ਨੂੰ ਹੀ ਆ, ਕਿਉਂਕਿ ਉਹਨੇ ਸ਼ਰੇਆਮ ਧਮਕੀ ਦਿੱਤੀ ਆ, ਜਿੱਦਣ ਇਹ ਮੁਕੰਮਲ ਹੋਇਆ ਅਸੀਂ ਇਸਰਾਇਲ ਦਾ ਨਾਮੋ ਨਿਸ਼ਾਨ ਇਸ ਧਰਤੀ ਦੇ ਉੱਤੋਂ ਮਿਟਾ ਦਿਆਂਗੇ। ਇਸ ਤੋਂ ਪਹਿਲਾਂ ਉਹ ਕੋਈ ਹਰਕਤ ਕਰੇ, ਇਸਰਾਇਲ ਪੂਰੀ ਤਿਆਰੀ ਕਰਕੇ ਬੈਠਾ ਵੀ ਕਿਹੜੇ ਟਾਈਮ ਅਸੀਂ ਉਹਦੇ ਉੱਤੇ ਅਟੈਕ ਕਰਨਾ ਆ। ਇਹ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੀਆਂ ਮੁੱਖ ਉਹ ਸਾਰੀਆਂ ਘਟਨਾਵਾਂ ਆ ਜਿਹੜੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਆ, ਪਰ ਫਿਰ ਵੀ ਅਸੀਂ ਅੱਖਾਂ ਮੂੰਦ ਕੇ ਬੰਦ ਕਰਕੇ ਉਸੇ ਤਰ੍ਹਾਂ ਬੈਠੇ ਆ ਜਿੱਦਾਂ ਕਬੂਤਰ ਬਿੱਲੀ ਨੂੰ ਦੇਖ ਕੇ ਬਹਿ ਜਾਂਦਾ ਵੀ ਮੈਂ ਸੇਫ ਆ। ਪਤਾ ਉਦੋਂ ਲੱਗਦਾ ਜਦੋਂ ਬਿੱਲੀ ਧੌਣ ਤੋਂ ਆ ਕੇ ਫੜ ਲੈਂਦੀ। ਸੋ ਇਹ ਅੱਖਾਂ ਬੰਦ ਕਰਕੇ ਹੁਣ ਰਹਿਣ ਦਾ ਵੇਲਾ ਨਹੀਂ ਆ। ਇਹਦਾ ਕਨੈਕਸ਼ਨ ਆ, ਈਰਾਨ ਦਾ ਕਨੈਕਸ਼ਨ ਆ ਯਿਸੂ ਮਸੀਹ ਦੇ ਆਉਣ ਦੇ ਨਾਲ। ਕਿਉਂ? ਯਰਮਾਇਆ ਦੀ ਹੀ ਭਵਿੱਖਬਾਣੀ ਦੇ ਮੁਤਾਬਕ ਚਾਈਨਾ ਨੇ ਤੇ ਰਸ਼ੀਆ ਨੇ ਇਸਰਾਇਲ ਦੇ ਉੱਤੇ ਹਮਲਾ ਕਰਨਾ ਹੈ। ਉਹ ਹਮਲਾ ਇਸੇ ਲਈ ਹੋਣਾ ਹੈ ਕਿਉਂਕਿ ਈਰਾਨ ਉਹਦੀ ਵਜ੍ਹਾ ਬਣਨਾ ਹੈ। ਈਰਾਨ ਦੀ ਸਪੋਰਟ ਇਸ ਟਾਈਮ ਕੌਣ ਕਰ ਰਿਹਾ ਹੈ? ਉਸ ਪ੍ਰੋਗਰਾਮ ਪੂਰਾ ਕਰਨ ਦੇ ਲਈ ਚਾਈਨਾ ਤੇ ਰਸ਼ੀਆ। ਔਰ ਉਹਦੀ ਭਵਿੱਖਬਾਣੀ ਪਹਿਲਾਂ ਹੋਈ ਪਈ ਹੈ, ਔਰ ਉਹਨਾਂ ਨੇ ਆਪਣੇ ਉਸ ਬਦਲੇ ਨੂੰ ਲੈਣ ਦੇ ਲਈ ਇਸਰਾਇਲ ਦੇ ਉੱਤੇ ਅਟੈਕ ਕਰਨਾ ਆ। ਔਰ ਯਾਦ ਰੱਖਿਓ ਅਟੈਕ ਹੋਣਾ ਕਦੋਂ? ਇਹ ਵੀ ਦੱਸ ਦਈਏ ਤੁਹਾਨੂੰ, ਇਹ ਅਟੈਕ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਨਹੀਂ ਹੋਣਾ। ਇਹ ਜਿੱਦਣ ਯਿਸੂ ਮਸੀਹ ਨੇ ਅਸਲੀ ਸਮਾਨ ਨੂੰ ਲੈ ਜਾਣਾ ਨਾ, ਜੇ ਉਹ ਦਿਨੇ ਲੈ ਕੇ ਗਿਆ ਤੇ ਰਾਤ ਨੂੰ, ਤੇ ਜੇ ਰਾਤ ਨੂੰ ਲੈ ਗਿਆ ਤੇ ਦਿਨੇ, ਅਗਲੇ ਦਿਨ ਹੀ ਉਹ ਅਟੈਕ ਜਿਹੜਾ ਆ ਇਸਰਾਇਲ ਦੇ ਉੱਤੇ ਹੋਣਾ ਆ। ਸੋ ਇੰਨਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਅਸੀਂ ਵਾਕਿਆ ਹੀ ਉਸ ਸਮੇਂ ਦੇ ਲੋਕਾਂ ਵਾਂਗੂ, ਜਿਵੇਂ ਨੂਹ ਦੇ ਸਮੇਂ ਦੇ ਵਿੱਚ ਸੀ, ਅਸੀਂ ਉਸੇ ਤਰ੍ਹਾਂ ਹੀ ਬੇਫਿਕਰ ਹੋ ਕੇ ਬੈਠੇ ਆ। ਸਾਨੂੰ ਉਹਦੀ ਕੋਈ ਪਰਵਾਹ ਨਹੀਂ ਆ। ਅਸੀਂ ਆਪਣੀਆਂ ਹੀ ਚੀਜ਼ਾਂ ਦੇ ਵਿੱਚ, ਆਪਣੀਆਂ ਹੀ ਜ਼ਰੂਰਤਾਂ ਦੇ ਵਿੱਚ, ਆਪਣੇ ਹੀ ਕੰਮਾਂ ਦੇ ਵਿੱਚ ਕੀ ਆ ਭਲਾ ਮਸਿਆ, ਕਿਹੜਾ ਅਜੇ ਆਉਣ ਲੱਗਿਆ ਆ। ਲੇਕਿਨ ਯਾਦ ਰੱਖੋ, ਹੁਣ ਇਹ ਅਲਗਰਜੀ ਜਿਹੜੀ ਆ ਇਹ ਬਹੁਤ ਮਹਿੰਗੀ ਪੈ ਸਕਦੀ। ਵਚਨ ਅਨੁਸਾਰ ਇਹ ਬਹੁਤ ਮਹਿੰਗੀ ਪੈਣ ਵਾਲੀ ਆ। ਸੋ ਇਸ ਮੰਦਿਰ ਦੇ ਲਈ ਉਹਦੀ ਬਹੁਤ ਵੱਡੀ ਅਣਖ ਆ। ਇਸ ਮੰਦਿਰ ਦੀ ਸ਼ੁਰੂਆਤ ਉਹਨੇ ਕੀਤੀ ਤੇ ਉਸ ਮੰਦਿਰ ਨੂੰ ਬਰਬਾਦ ਕਰ ਦਿੱਤਾ ਸੀ। ਮੈਂ ਬੜੀ ਵਾਰੀ ਦੱਸਿਆ ਤੁਹਾਨੂੰ। ਔਰ ਉਹਨੂੰ ਬਰਬਾਦ ਕੀਤਾ ਤੇ ਅੱਜ ਤੱਕ ਆਬਾਦ ਨਹੀਂ ਹੋਣ ਦਿੱਤਾ, ਇਸੇ ਕਰਕੇ ਕਿ ਇਹ ਮੰਦਿਰ ਜਿਹੜਾ ਤਿਆਰ ਹੋ ਜਾਵੇ ਤਾਂ ਕਿ ਉਹ ਲੈ ਜਾਵੇ। ਇਸ ਮੰਦਿਰ ਲਈ ਇੰਨੀ ਅਣਖ ਆ। ਉਹ ਚਾਹੁੰਦਾ ਹੈ ਕਿ ਹੋਵੇ ਭਲਾ ਮੰਦਿਰ ਤਿਆਰ ਹੋਵੇ, ਤੇ ਇਹਦੀ ਤਿਆਰੀ ਦੀ ਇੰਤਜ਼ਾਰ 'ਚ ਹੋਇਆ। ਤੇ ਜਿੱਦਣ ਤਿਆਰ ਹੋ ਗਿਆ ਤੇ ਉਹਨੇ ਇਹਨੂੰ ਲੈਣ ਆਉਣਾ ਆ। ਇਹਨੂੰ ਲੈ ਕੇ ਜਾਊਗਾ ਤੇ ਫਿਰ ਉਸ ਮੰਦਿਰ ਨੂੰ ਦੁਬਾਰਾ ਬਣਨ ਦੀ ਇਜਾਜ਼ਤ ਆ। ਸੋ ਸਭ ਕੁਝ ਸਾਡੇ ਸਾਹਮਣੇ ਆ, ਲੇਕਿਨ ਫਿਰ ਵੀ ਅਸੀਂ ਰੱਬ ਤੋਂ ਇੰਨਾ ਕੁ ਦੂਰ ਭੱਜ ਰਹੇ ਆ, ਇੰਨਾ ਕੁ ਦੂਰ ਜਿਹਦੇ 'ਚ ਮਾਫੀ ਵਾਲੀ ਕੋਈ ਗੁੰਜਾਇਸ਼ ਹੈ ਨਹੀਂ ਗੀ। ਸੋ ਇਸ ਲਈ ਜਦੋਂ ਖੁਦਾ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ, ਤੇ ਫਿਰ ਜੇ ਅਸੀਂ ਇਹਦੇ ਵਿੱਚ ਕੋਈ ਢਿੱਲ ਮੱਠ ਕਰਦੇ ਆ ਤੇ ਸਜ਼ਾ ਸਾਡੇ ਲਈ ਵੀ ਬਰਾਬਰ ਆ, ਕਿਉਂਕਿ ਕਿਸੇ ਦਾ ਪੱਖਪਾਤ ਕਰਦਾ, ਕਿਸੇ ਦਾ ਪੱਖਪਾਤ ਨਹੀਂ ਕਰਦਾ। ਸੋ ਹੁਣ ਧਿਆਨ ਰੱਖਿਓ,
ਕਿਸੇ ਦੇ ਘਰ ਦੇ ਵਿੱਚ ਕੋਈ ਸ਼ਾਦੀ ਦਾ ਪ੍ਰੋਗਰਾਮ ਹੋਵੇ ਤੇ ਉਹ ਕਵੇ ਪਾਸ਼ੀ ਤੁਸੀਂ ਆਉਣਾ ਆ ਤੇ ਨਿਕਾਹ ਪੜਨਾ ਜਾਂ ਉਹਨਾਂ ਦੇ ਲਈ ਤੁਸੀਂ ਬਲੈਸਿੰਗ ਦੇਣੀ ਆ, ਭੁੱਲ ਜਾਈਓ ਅਸੀਂ ਉਸ ਸ਼ਖਸ ਦੇ ਘਰ ਜਾਵਾਂਗੇ, ਭੁੱਲ ਜਾਈਓ ਕਿ ਅਸੀਂ ਉਸ ਸ਼ਖਸ ਦੇ ਘਰ ਜਾਵਾਂਗੇ ਜਿਹੜਾ ਵਚਨ ਨੂੰ ਪੂਰਾ ਨਹੀਂ ਕਰ ਰਿਹਾ। ਬਿਲਕੁਲ ਮੈਂ ਤੇ ਨਹੀਂ ਜਾਵਾਂਗਾ, ਕੋਈ ਹੋਰ ਪਾਦਰੀ ਚੱਲ ਜਾਵੇ ਤਾਂ ਵੱਖਰੀ ਗੱਲ ਆ, ਕਿਉਂਕਿ ਜਿਹੜਾ ਵਚਨ ਨੂੰ ਪੂਰਾ ਨਹੀਂ ਕਰ ਰਿਹਾ ਉਹਦੇ ਘਰ ਦੇ ਵਿੱਚ ਨਿਕਾਹ ਪੜਨਾ ਹੀ ਪਾਪ ਆ। ਕਿਸੇ ਦੀ ਮੌਤ ਹੋ ਜਾਂਦੀ, ਮੈਂ ਨਹੀਂ ਉਹਦਾ ਜਨਾਜ਼ਾ ਕਰਾਂਗਾ, ਕਿਉਂਕਿ ਜਦੋਂ ਖੁਦਾ ਦੇ ਨਾਲ ਚੱਲ ਨਹੀਂ ਰਿਹਾ ਤੇ ਉਹਦਾ ਜਨਾਜ਼ਾ ਕਰਨਾ ਮੇਰੇ ਲਈ ਪਾਪ ਆ। ਸੋ ਕੋਈ ਵੀ ਤੁਹਾਡਾ ਘਰੇਲੂ ਪ੍ਰੋਗਰਾਮ ਹੈ, ਤੁਸੀਂ ਸੋਚੋਗੇ ਚਲੋ ਪਾਸਟਰਾਂ ਨੂੰ ਬੁਲਾਉਨੇ ਆ ਤੇ ਉਹ ਕਰ ਦਊਗਾ, ਮੈਂ ਉਹਦੇ ਲਈ ਇਹ ਸਭ ਕੁਝ ਕਰਾਂਗਾ ਜਿਹੜਾ ਪਰਮੇਸ਼ਵਰ ਦੇ ਨਾਲ, ਪਰਮੇਸ਼ਵਰ ਦੇ ਵਚਨ ਅਨੁਸਾਰ ਜੁੜਿਆ ਹੋਇਆ ਹੈ। ਹਾਲੇਲੂਇਆ। ਬਾਕੀ ਬਾਅਦ ਵਿੱਚ ਬੇਸ਼ੱਕ ਮੇਰੇ ਤੇ ਕੋਈ ਇਲਜ਼ਾਮ ਲਾਵੇ, ਬੇਸ਼ੱਕ ਕੋਈ ਮੈਨੂੰ ਬਲੇਮ ਦੇਵੇ, ਮੈਂ ਆਪਣੀ ਆਦਤ ਨੂੰ ਪਹਿਲਾਂ ਤੋਂ ਪ੍ਰਗਟ ਕੀਤਾ ਹੋਇਆ। ਮੈਂ ਬਾਕੀ ਸੇਵਕਾਂ ਦੀ ਤਰ੍ਹਾਂ ਨਾ ਜ਼ਿੰਦਗੀ 'ਚ ਕਦੀ ਕਿਸੇ ਦਾ ਤਰਲਾ ਮਾਰਿਆ ਵੀ ਰੱਬ ਦੇ ਵਾਸਤੇ ਚਰਚ ਆ ਜਿਓ, ਤੇ ਨਾ ਮੈਂ ਤਰਲਾ ਮਾਰਨਾ ਹੈ, ਕਿਉਂਕਿ ਮੇਰੇ ਲਈ ਕਿਸੇ ਨੇ ਚਰਚ 'ਚ ਆਉਣਾ, ਇਹ ਤੇ ਹਰੇਕ ਨੇ ਆਪਣੀ ਨਜਾਤ ਨੂੰ ਪਾਉਣ ਦੇ ਲਈ ਉਹਦੇ ਘਰ ਦੇ ਵਿੱਚ ਆਉਣਾ ਆ। ਜਿਹੜਾ ਆਉਂਦਾ ਆ ਉਹਦੇ ਨਾਲ, ਜਿਵੇਂ ਪਰਮੇਸ਼ਵਰ ਉਹਦੇ ਨਾਲ ਖੜਾ ਆ, ਜਿਵੇਂ ਪਰਮੇਸ਼ਵਰ ਉਹਦੇ ਨਾਲ ਖੜਾ ਹੈ, ਜਿਹੜਾ ਪਰਮੇਸ਼ਵਰ ਦੇ ਨਾਲ ਖੜਾ ਆ, ਉਸੇ ਤਰ੍ਹਾਂ ਉਹਦਾ ਸੇਵਕ ਹੋਣ ਦੇ ਨਾਤੇ ਅਸੀਂ ਵੀ ਫਿਰ ਦੁੱਖ ਸੁੱਖ ਦੇ ਵਿੱਚ ਉਹਦੇ ਨਾਲ ਹੀ ਖੜੇ ਆ ਜਿਹੜਾ ਪਰਮੇਸ਼ਵਰ ਦੇ ਨਾਲ ਖੜਾ ਹੈ। ਹੇ ਮੇਰੇ ਪੁੱਤਰ, ਤੂੰ ਮਖੌਲੀਆਂ ਦੀ ਜੁੰਡਲੀ ਦੇ ਵਿੱਚ ਨਾ ਬੋ। ਕੀ ਲਿਖਿਆ? ਹੇ ਮੇਰੇ ਪੁੱਤਰ, ਤੂੰ ਮਖੌਲੀਆਂ ਦੀ ਜੁੰਡਲੀ ਵਿੱਚ ਨਾ ਬੋ, ਬਲਕਿ ਤੂੰ ਉਹਨਾਂ ਦੀ ਸੰਗਤ ਕਰ ਜਿਹੜੇ ਉਹਦੀ ਵਿਵਸਥਾ 'ਚ ਕੀ ਰਹਿੰਦੇ ਆ, ਭਲਾ ਮਗਨ ਰਹਿੰਦੇ ਆ। ਸੋ ਮੇਰੀ ਤੁਹਾਡੇ ਅੱਗੇ ਇਲਤਜਾ ਆ ਖੁਦਾ ਦਾ ਦਾਸ ਹੋਣ ਦੇ ਨਾਤੇ, ਅੱਜ ਤੱਕ ਦੀਆਂ ਸਾਰੀਆਂ ਗੁਸਤਾਖੀਆਂ ਨੂੰ ਪਰਮੇਸ਼ਵਰ ਦੇ ਅੱਗੇ ਰੱਖਦੇ ਹੋਏ ਮਾਫੀ ਮੰਗੋ। ਔਰ ਮੈਂ ਵੀ ਨੂਹਾ ਵਾਂਗੂ ਤੁਹਾਨੂੰ ਦੱਸ ਦਿੰਦਾ ਆ, ਸਮਾਂ ਸਿਰ ਤੇ ਆ ਗਿਆ ਹੈ ਤੇ ਬਚਣ ਦਾ ਕੋਈ ਚਾਂਸ, ਬਚਣ ਦਾ ਕੋਈ ਚਾਂਸ ਨਹੀਂ। ਇਹ ਸਾਡਾ ਸਭ ਕੁਝ ਜੋ ਅਸੀਂ ਇੱਥੇ ਕੀਤਾ ਨਾ, ਇੱਥੇ ਹੀ ਰਹਿਣ ਵਾਲਾ ਆ, ਤੇ ਜਿਹੜਾ ਇੱਥੇ ਰਹਿ ਗਿਆ ਉਹ ਸਮਝ ਲਓ ਫਿਰ ਉਹਦਾ ਰਹਿਣਾ ਕਿੱਦਾਂ ਦਾ ਹੋਣਾ ਹੈ। ਉਹ ਵੀ ਅਸੀਂ ਸੈਕੰਡ ਕਮਿੰਗ ਦੇ ਉਸ ਸਾਰੇ ਮੈਸੇਜ ਦੇ ਵਿੱਚ ਦੱਸ ਚੁੱਕੇ ਹਾਂ ਕਿ ਰੈਪਚਰ ਤੋਂ ਬਾਅਦ ਇਹ ਜਿਹੜੇ ਠੰਡੇ ਮਸੀਹ ਇਹਨਾਂ ਦੇ ਨਾਲ ਹੋਣ ਕੀ ਵਾਲਾ ਆ। ਇਹਨਾਂ ਨੇ ਮੌਤ ਮੰਗਣੀ ਆ, ਪਰ ਇਹਨਾਂ ਨੂੰ ਮੌਤ ਮਿਲਣੀ, ਐਸੀ ਸਜ਼ਾ ਪਹਿਲੇ 3.5 ਸਾਲਾਂ ਦੇ ਵਿੱਚ ਇਹਨਾਂ ਲਈ ਪਰਮੇਸ਼ਵਰ ਨੇ ਢਰਾ ਕੇ ਰੱਖੀ ਹੋਈ ਆ ਕਿ ਇਹਨਾਂ ਨੇ ਮੌਤ ਮੰਗਣੀ ਆ, ਤੜਫਣਾ ਆ, ਦਰਦਾਂ ਦੇ ਨਾਲ ਬਿਲਖਣਾ ਆ, ਪਰ ਰੱਬ ਨੇ ਇਹਨਾਂ ਨੂੰ ਮੌਤ ਵੀ ਦੇਣੀ। ਐਸੇ ਐਸੇ ਜੀਵ ਜੰਤੂ ਪੈਦਾ ਹੋਣੇ ਆ ਜਿਨ੍ਹਾਂ ਦੇ ਡੰਗ ਦੇ ਨਾਲ ਤੁਹਾਡੇ ਅੰਦਰ ਜ਼ਹਿਰ ਤੇ ਫੈਲਣਾ ਆ। ਉਸ ਜ਼ਹਿਰ ਨੇ ਤੁਹਾਨੂੰ ਤੜਫਾਉਣਾ ਤੇ ਹੈਗਾ ਆ। ਤੁਸੀਂ ਮੌਤ ਮੰਗਣੀ ਪਰ ਮੌਤ ਮਿਲਣੀ, ਮੌਤ ਨਹੀਂ ਮਿਲਣੀ। ਸੋ ਉਹ ਚੀਜ਼ਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ ਹਾਂ, ਇਸ ਲਈ ਕਲੀਸਿਆ ਨੂੰ ਸਾਵਧਾਨ ਕਰਦੇ ਹਾਂ। ਸਾਨੂੰ ਇਹ ਨਹੀਂ ਤੁਸੀਂ ਆ ਕੇ ਚੰਦਾ ਪਾਈਓ ਤੇ ਸਾਡਾ ਢਿੱਡ ਭਰ ਜਾਵੇ, ਤੁਸੀਂ ਆ ਕੇ 10ਵਾਂ ਹਿੱਸਾ ਦਿਓ ਤੇ ਸਾਡਾ ਘਰ ਬਣ ਜਾਵੇ। ਸਾਨੂੰ ਇਹਨਾਂ ਚੀਜ਼ਾਂ ਦੇ ਲਾਲਚ ਦਾ ਕਰਕੇ ਅਸੀਂ ਤੁਹਾਨੂੰ ਚਰਚ ਦੇ ਨਾਲ ਜੁੜਨ ਦੇ ਵਾਸਤੇ ਨਹੀਂ ਕਹਿੰਦੇ, ਬਲਕਿ ਤੁਹਾਡੀ ਜ਼ਿੰਦਗੀ ਬਚ ਜਾਵੇ। ਇਸ ਲਈ ਚਾਹੁੰਦੇ ਆ ਤੁਸੀਂ ਰੱਬ ਦਾ ਖੌਫ ਖਾਓ ਤੇ ਉਹਦੇ ਨਾਲ ਜੁੜਨ ਦੀ ਆਦਤ ਨੂੰ ਬਰਕਰਾਰ ਰੱਖੀਏ। ਕਹਿੰਦਾ ਹੁਣ ਤੋਂ ਮੇਰੀ ਨਜ਼ਰ ਇਸ ਭਵਨ ਦੇ ਉੱਤੇ ਇਸ ਲਈ ਲੱਗੀ ਰਹੂਗੀ ਕਿਉਂਕਿ ਇਹ ਭਵਨ ਮੇਰੀ ਇੱਛਾ ਦੇ ਅਨੁਸਾਰ ਬਣਾਇਆ ਗਿਆ ਆ, ਤੇ ਇਸ ਭਵਨ ਦੇ ਉੱਤੇ ਵੀ ਉਹਦੀ ਨਜ਼ਰ ਤਾਂ ਹੀ ਲੱਗੀ ਰਹਿਣੀ ਆ ਜੇ ਇਹ ਭਵਨ ਜਿਹੜਾ ਆ ਇਹ ਵੀ ਉਹਦੀ ਇੱਛਾ ਦੇ ਅਨੁਸਾਰ ਬਣੇਗਾ। ਤਾਂ ਇਸ ਭਵਨ ਦੇ ਉੱਤੇ ਕਹਿੰਦਾ ਮੇਰੀ ਨਜ਼ਰ ਲੱਗੀ, ਇੱਥੋਂ ਕੀਤੀ ਜਾਣ ਵਾਲੀ ਦੁਆ ਨੂੰ ਮੈਂ ਸੁਣਾਂਗਾ ਤੇ ਸਵਰਗ ਤੋਂ ਜਵਾਬ ਦੇਵਾਂਗਾ। ਕਿਉਂ? ਕਿਉਂਕਿ ਉਹ ਮੰਦਿਰ ਉਹਦੀ ਮਰਜ਼ੀ ਦੇ ਅਨੁਸਾਰ ਪੂਰਾ ਹੋਇਆ। ਇਸ ਮੰਦਿਰ ਦੀ ਵੀ ਉਸਾਰੀ ਉਹਦੀ ਮਰਜ਼ੀ ਦੇ ਅਨੁਸਾਰ ਤੇ ਮੁਕੰਮਲ ਵੀ ਉਹਦੀ ਮਰਜ਼ੀ ਦੇ ਅਨੁਸਾਰ ਹੋਵੇਗਾ। ਫਿਰ ਹੀ ਇੱਥੋਂ ਉੱਠਣ ਵਾਲੀ ਦੁਆ ਵੀ ਉਹਦੇ ਹਜ਼ੂਰ ਕਬੂਲ ਹੋਵੇਗੀ, ਵਰਨਾ ਹੋਵੇਗੀ नहीं। तो दुआ के तरीके उन्हें दसते हैं, यदि मेरी प्रजा के लोग जो मेरे कहलाते हैं, ये असीं राती सीख लिया सी, मेरी प्रजा के लोग जिहड़े मेरे कहाउंदे आ। सो प्रजा के लोग होना वखरी गल आ, लेकिन उहदे कहाउणा वखरी गल आ। ते कहाउणा किदां किदां आ, असीं बड़ी जगह दे उत्ते मैं कई वारी विचार करदा और साझा करदा ना तकरीबन जिहड़े बच्चे नूं समझदे आ उन्हां लोकां दे नाल कि असीं जगह जगह दे उत्ते अपने मसीह नूं बेइज्जत करदे आ। की करदे आ भला? जगह जगह के उत्ते असीं अपना नमूना गलत पेश करके लोकां दे विच मसीह नूं की करदे हैं? बेइज्जत करदे हैं। और असीं इहनूं बड़ी छोटी जी गल समझदे हैं,
ਲੇਕਿਨ ਨਹੀਂ ਜਾਣਦੇ। ਲਿਖ ਕੇ ਦਿੱਤਾ ਉਹਨੇ ਵਚਨ ਦੇ ਵਿੱਚ, ਜਿਹੜਾ ਜਾਣ ਬੁੱਝ ਕੇ ਸਭ ਕੁਝ ਜਾਣਦੇ ਹੋਏ ਵੀ ਉਹਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਹੇਠ ਰੌਂਦਦਾ ਆ, ਉਹਦੇ ਲਈ ਕੋਈ ਮਾਫੀ ਵਾਲੀ ਗੁੰਜਾਇਸ਼। ਤੇ ਜੇ ਅਸੀਂ ਜਾਣ ਗਏ ਆ ਤੇ ਮਿਹਰਬਾਨੀ ਕਰਕੇ ਉਹਦੇ ਪਵਿੱਤਰ ਲਹੂ ਨੂੰ ਪੈਰਾਂ ਹੇਠ ਰੌਂਦਣ ਦੀ ਕੋਸ਼ਿਸ਼ ਫਿਰ ਨਾ ਕਰੀਏ। ਉਹਦਾ ਇਹ ਅਨੁਗ੍ਰਹਿ ਆ, ਕਹਿੰਦਾ ਅੱਜ ਜੇ ਤੁਸੀਂ ਉਹਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲਾਂ ਨੂੰ ਕਠੋਰ, ਅੱਜ ਵੀ ਉਹ ਤਿਆਰ ਆ। ਜੇ ਅੱਜ ਵੀ ਅਸੀਂ ਮੰਨ ਲਈਏ ਤੇ ਕੀ ਆ ਭਲਾ, ਉਹ ਤਿਆਰ ਆ। ਲੇਕਿਨ ਜੇ ਫਿਰ ਵੀ ਸਾਹਮਣਾ ਕਰਾਂਗੇ ਤੇ ਫਿਰ ਲਿਖਿਆ ਉਹਨਾਂ ਦੇ ਲਈ ਫਿਰ ਨਰਕ ਦੀ ਇੱਕ ਉਹ ਅੱਗ ਦੀ ਸੜਨ ਹੀ ਬਾਕੀ ਹੈ। ਔਰ ਵਚਨ ਦੀ ਖਾਸੀਅਤ ਕੀ ਹੈ, ਕਹਿੰਦਾ ਮੈਂ ਨਹੀਂ ਚਾਹੁੰਦਾ ਉਸ ਅੱਗ ਦੇ ਵਿੱਚ ਕੋਈ ਜਾਵੇ, ਪਰ ਮਜਬੂਰੀ ਕੀ ਹੈ, ਧਰਮੀ ਤੇ ਨਿਆਈ ਹੋਣ ਦਾ ਕਰਕੇ ਪਾਪ ਸਾਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਵੇਗਾ, ਤੇ ਧਰਮੀ ਤੇ ਨਿਆਈ ਹੋਣ ਦੇ ਕਾਰਨ ਉਹ ਸਾਨੂੰ ਪਾਪ ਤੋਂ ਛੁਡਾ ਸਕਦਾ। ਤੇ ਪਾਪ ਤੋਂ ਛਡਾਉਣ ਦੇ ਲਈ ਉਹਨੇ ਯਿਸੂ ਮਸੀਹ ਨੂੰ ਸਾਨੂੰ ਦਿੱਤਾ। ਤੇ ਜਿਹੜਾ ਉਸ ਯਿਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੀ ਦੌੜ ਨੂੰ ਪੂਰਾ ਕਰੇਗਾ, ਉਹ ਆ ਜਿਹੜਾ ਉਹਦੇ ਰਾਜ ਦਾ ਅਧਿਕਾਰੀ ਹੋਵੇਗਾ ਔਰ ਉਸ ਸਜ਼ਾ ਤੋਂ ਬਚੇਗਾ। ਇਸ ਕਰਕੇ ਨਾ ਦੀਨ ਹੋ ਕੇ ਪ੍ਰਾਰਥਨਾ ਕਰੇ। ਕਿੱਦਾਂ ਉਹਨੇ ਤੇ ਰਾਤੀ ਦੀਨ ਹੋਣ ਬਾਰੇ ਅਸੀਂ ਬੜਾ ਵਿਸਤਾਰ ਨਾਲ ਸਿੱਖਿਆ ਸੀਗਾ। ਦੀਨ ਹੋ ਕੌਣ ਸਕਦਾ ਆ, ਜਿਹਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਵੇ। ਕੌਣ ਦੀਨ ਹੋਵੇਗਾ ਜੀ? ਜਿਹਨੇ ਆਪਣੇ ਆਪ ਨੂੰ ਕੀ ਕੀਤਾ ਹੋਵੇ, ਸਮਰਪਿਤ ਕੀਤਾ। ਤੇ ਸਮਰਪਿਤ ਦੀ ਹੁਣ ਇੱਕ ਸਵਾਲ ਕਰਕੇ ਫਿਰ ਸਮਾਪਤ ਕਰਦੇ ਹਾਂ। ਸਮਰਪਿਤ ਦਾ ਮਤਲਬ ਕੀ ਹੈ? ਫਿਰ ਜਲਦੀ ਜਲਦੀ ਬੋਲੀਏ, ਫਿਰ ਦੁਆ ਕਰੀਏ। ਦੀਨ ਕੌਣ ਹੋ ਸਕਦਾ? ਦੀਨ ਹੋ ਕੇ ਪ੍ਰਾਰਥਨਾ ਕੌਣ ਕਰੂਗਾ ਭਲਾ ਉਹਦੇ ਅੱਗੇ? ਜਿਹਨੇ ਆਪਣੇ ਆਪ ਨੂੰ ਉਹਦੇ ਸਮਰਪਿਤ ਕੀਤਾ ਹੋਵੇ, ਉਹਦੇ ਹਵਾਲੇ ਕੀਤਾ ਹੋਵੇ। ਹਾਂਜੀ, ਆ ਵਿਚਾਰੀਆਂ ਤੀਵੀਆਂ ਕਈ ਕੁੱਟ ਖਾਂਦੀਆਂ ਬੰਦਿਆਂ ਕੋਲ, ਕਾਹਦੇ ਲਈ ਭਲਾ? ਹਾਂਜੀ, ਉਹ ਕਹਿੰਦੇ ਮੇਰੇ ਭਰਾ ਨੂੰ ਜਾਣਦਾ ਤੂੰ, MLA ਚੁਕਾ ਦੂੰਗੀ ਤੈਨੂੰ ਮਿੰਟ ਦੇ। SSP ਦੀ ਕੁੜੀ ਆ ਮੈਂ, ਉਹਦੇ ਸਾਹਮਣੇ ਸਾਡੇ ਕੋਈ ਵੀ ਰੁਤਬੇ ਚੱਲਣੇ ਨਹੀਂ। ਪਤਨੀ ਉਹੋ ਹੀ ਮੁਬਾਰਕ ਹੋਵੇਗੀ ਜਿਹੜੀ ਕੀ ਹੋਵੇਗੀ, ਜਦੋਂ ਨਿਕਾਹ ਹੁੰਦਾ ਤੇ ਆਪਣੇ ਆਪ ਨੂੰ ਕੀ ਕਰਦੀ ਆ, ਸਮਰਪਿਤ ਕਰ ਦਿੰਦੀ। ਉਹ ਉਹਨੂੰ ਵੀ ਸਮਰਪਿਤ ਕਰਦੀ ਹੈ ਤੇ ਸਾਹਮਣੇ ਜਿਸਮਾਨੀ ਪਤੀ ਨੂੰ ਵੀ ਸਮਰਪਿਤ ਕਰਦੀ ਹੈ। ਸਮਰਪਿਤ ਕਰਨ ਦਾ ਮਤਲਬ ਕੀ ਆ? ਉਹ ਸਾਰੇ ਤਿਆਗ ਕਰਕੇ ਆਪਣੇ ਜੀਵਨ ਨੂੰ ਪੂਰੇ ਦਾ ਪੂਰਾ ਉਹਨੂੰ ਸਮਰਪਿਤ ਕਰ ਦਿੰਦੀ ਆ। ਔਰ ਸਭ ਤੋਂ ਵੱਡਾ ਕੰਮ ਇਹ ਹੁੰਦਾ, ਸਰਨੇਮ ਹੀ ਬਦਲ ਜਾਂਦਾ। ਕੀ ਹੁੰਦਾ ਭਲਾ? ਆਪਣੇ ਨਾਮ ਤੱਕ ਦਾ ਵੀ ਉਹ ਇਨਕਾਰ ਕਰਕੇ ਆਪਣੇ ਆਪ ਨੂੰ ਪਤੀ ਦੇ ਕੀ ਕਰਦੀ ਹੈ, ਸਪੁਰਦ ਕਰਦੀ ਹੈ। ਤੇ ਜਿਹੜੀ ਸਪੁਰਦ ਕਰਕੇ ਜੀਵਨ ਜੀਂਦੀ ਆ ਦੁਨੀਆ ਦੇ ਵਿੱਚ, ਫਿਰ ਉਹੀ ਮੁਬਾਰਕ ਵੀ ਕਹਾਉਂਦੀ। ਤੇ ਉਸੇ ਤਰ੍ਹਾਂ ਜੇ ਅਸੀਂ ਸਮਰਪਿਤ ਕੀਤਾ ਆ ਤੇ ਜੇ ਉਹਦੇ ਮੁਤਾਬਕ ਫਿਰ ਜੀਵਨ ਜਿਉਂਦੇ ਆ ਤੇ ਫਿਰ ਉਹ ਸਮਰਪਿਤ ਆ, ਉਹਨੂੰ ਫਿਰ ਕਿਹਾ ਜਾਂਦਾ ਸਮਰਪਣ। ਤੇ ਜੇ ਅਸੀਂ ਸਮਰਪਣ ਕੀਤਾ ਆ ਫਿਰ ਹੀ ਅਸੀਂ ਦੀਨ ਹੋ ਸਕਦੇ ਹਾਂ। ਉਰਦੂ ਦਾ ਬੜਾ ਸ਼ਬਦ ਵਧੀਆ ਆ, ਖਾਕਸਾਰ, ਆਪਣੇ ਆਪ ਨੂੰ ਮਿੱਟੀ ਕਰ ਦੇਣਾ। ਕੀ ਕਰਨਾ ਭਲਾ? ਆਪਣੇ ਆਪ ਨੂੰ ਹੁਣ ਮਿੱਟੀ ਕੌਣ ਕਰੂਗਾ? ਬੋਲੋ। ਔਰਤ ਮਿੱਟੀ ਕਰਕੇ ਆਉਂਦੀ ਆਪਣੇ ਆਪ ਨੂੰ। ਜਿਸ ਨਵੇਂ ਘਰ 'ਚ ਜਾਣਾ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਉੱਥੇ ਦਾ ਮਾਹੌਲ ਕੀ ਹੈ, ਦਿਓਰ ਦੀ ਆਦਤ ਕਿੱਦਾਂ ਦੀ ਆ, ਜੇਠ ਦੀ ਆਦਤ ਕਿੱਦਾਂ ਦੀ ਆ। ਨਨਾਣਾ ਤੇ ਵੈਸੇ ਹੀ ਵਧੀਆ ਹੁੰਦੀਆਂ, ਕੁਦਰਤ ਵੱਲੋਂ ਇਹ ਤੇ ਗਿਫਟ ਹੀ ਹੁੰਦਾ ਹੈ ਨਾ। ਤੇ ਸਾਰਿਆਂ ਦੀਆਂ ਆਦਤਾਂ ਨੂੰ ਪਾਉਣਾ ਹੁੰਦਾ ਜਾ ਕੇ। ਭੂਆ ਵੱਖਰੀਆਂ ਆਉਣੀਆਂ ਹੁੰਦੀਆਂ, ਮਾਸੀਆਂ ਵੱਖਰੀਆਂ ਆਉਣੀਆਂ, ਚਾਚੀਆਂ ਨੇ ਵੱਖਰੇ ਧੁਣਕੇ ਲਾਉਣੇ ਹੁੰਦੇ। ਤੇ ਇਹ ਉਹਦਾ ਸਮਰਪਣ ਹੀ ਹੁੰਦਾ ਵੀ ਉਹਨੇ ਸਾਰਿਆਂ ਦੀਆਂ ਗੱਲਾਂ ਨੂੰ ਕੀ ਕਰਨਾ ਭਲਾ, ਬਰਦਾਸ਼ਤ ਕਰਨਾ ਆ। ਇਹ ਬਰਦਾਸ਼ਤ ਦਾ ਸਿਲਾ ਇਸ ਦੁਨੀਆ ਵਿੱਚ ਉਹਨੂੰ ਮਿਲੇ ਤੇ ਭਾਵੇਂ ਨਾ ਮਿਲੇ, ਪਰ ਉਹਦੇ ਤੋਂ ਖੁੰਝਿਆ ਨਹੀਂ ਆ। ਇਹ ਦੁਨੀਆ ਉਹਦੀ ਇਸ ਬਰਦਾਸ਼ਤ ਦੀ ਕਦਰ ਕਰੇ ਤੇ ਭਾਵੇਂ ਨਾ ਕਰੇ, ਪਰ ਉਸ ਖੁਦਾ ਦੇ ਅੱਗੇ ਉਹਨੂੰ ਕਦੇ ਵੀ ਉਸ ਅਜਰ ਤੋਂ ਕੋਈ ਰੋਕ ਨਹੀਂ ਸਕਦਾ। ਇਸ ਲਈ ਯਾਦ ਰੱਖਣਾ, ਸਮਰਪਣ ਜਿਹਨੇ ਖੁਦਾ ਦੇ ਅੱਗੇ ਕੀਤਾ ਆ, ਉਹਦਾ ਮਤਲਬ ਇਹ ਆ, ਮੈਂ ਖਾਕਸਾਰ ਆ, ਮੈਂ ਮਿੱਟੀ ਆ, ਮੇਰਾ ਕੁਛ ਵੀ ਵਜੂਦ ਨਹੀਂ ਆ। ਹੁਣ ਇਸ ਮਿੱਟੀ ਨੂੰ ਆਪਣੇ ਹੱਥ ਵਿੱਚ ਲੈ, ਆਪਣੀ ਮਰਜ਼ੀ ਦਾ ਜਿੱਦਾਂ ਦਾ ਤੂੰ ਚਾਹੁੰਦਾ ਉਦਾਂ ਦਾ ਬਰਤਨ ਬਣਾ ਦੇ। ਤੇ ਬਰਤਨ ਨੂੰ ਹੁਣ ਇਤਰਾਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਮਿੱਟੀ ਉਹੋ ਹੀ ਹੈ। ਉਸੇ ਮਿੱਟੀ ਤੋਂ ਬਣਿਆ ਹੋਇਆ ਬਰਤਨ ਬਾਥਰੂਮ 'ਚ ਵੀ ਰੱਖਿਆ ਜਾਂਦਾ, ਤੇ ਉਸੇ ਮਿੱਟੀ ਤੋਂ ਬਣਿਆ ਹੋਇਆ ਬਰਤਨ ਕਿਚਨ ਦੇ ਵਿੱਚ ਵੀ ਰੱਖਿਆ ਜਾਂਦਾ। ਇਹ ਤੇ ਬਣਾਉਣ ਵਾਲੇ ਦੀ ਆ, ਪਰ ਦੋਨਾਂ ਦੀ ਆਪਣੀ ਅਹਿਮੀਅਤ ਹੈ।
ਦੋਨਾਂ ਦੀ ਕੀ ਆ ਭਲਾ? ਆਪਣੀ ਅਹਿਮੀਅਤ ਆ। ਇਸ ਕਰਕੇ ਬਰਤਨ ਨੂੰ ਇਹ ਸ਼ੁਕਰ ਕਰਨਾ ਚਾਹੀਦਾ, ਮੈਂ ਖੁਦਾ ਦੇ ਕਿਸੇ ਨਾ ਕਿਸੇ ਕੰਮ ਤੇ ਆਇਆ। ਹਾਲੇਲੂਇਆ। ਮੈਂ ਖੁਦਾ ਦੇ ਕਿਸੇ ਨਾ ਕਿਸੇ, ਵੱਡਾ ਛੋਟਾ ਦੇਖੋ ਮੈਂ ਕੀ ਆ ਤੇ ਇਹ ਕੀ ਆ, ਇਹ ਨਾ ਦੇਖੋ, ਬਲਕਿ ਇਹ ਦੇਖੋ ਬੇਸ਼ੱਕ ਮੇਰਾ ਸਥਾਨ ਛੋਟਾ ਹੀ ਸਹੀ, ਪਰ ਮੈਂ ਕਿਸੇ ਨਾ ਕਿਸੇ ਥਾਂ ਦੇ ਉੱਤੇ ਫਿੱਟ ਤੇ ਹੋਇਆ। ਅਸੀਂ ਇਹ ਕਰਦੇ ਨਾ ਚੜਾਈ ਇੰਡੀਆ ਦੇ ਵਿੱਚ, ਇੱਟ ਟੁੱਟ ਜਾਂਦੀ ਹੈ, ਕਈ ਪੌਣੇ ਬਣ ਜਾਂਦੇ, ਕਈ ਅੱਧੇ ਬਣ ਜਾਂਦੇ, ਕਿ ਡੇਲੀਆਂ ਹੀ ਰਹਿ ਜਾਂਦੀਆਂ ਜੀ, ਉਹ ਵੀ ਕੰਮ ਲੈ ਲਈਦੀਆਂ। ਹਾਂਜੀ, ਉਹ ਵੀ ਕੰਮ ਆ ਜਾਂਦੀਆਂ ਆ, ਤੇ ਜਿਹੜੀਆਂ ਡੇਲੀ ਦੇ ਕੰਮ ਨਹੀਂ ਆਉਂਦੀਆਂ ਬਾਅਦ ਚ ਰੋੜੀ ਦੇ ਆ ਜਾਂਦੀਆਂ। ਵਜੂਦ ਹੈਗਾ ਆ, ਗੱਲ ਇਸਤੇਮਾਲ ਕਰਨ ਵਾਲੇ ਦੇ ਹੱਥ ਵਿੱਚ, ਹਨ। ਸੋ ਇਸ ਕਰਕੇ ਕਦੀ ਨਾ ਸਮਝੀਏ ਮੈਂ ਛੋਟਾ, ਮੈਂ ਵੱਡਾ, ਮੈਂ ਗਰੀਬ ਆ, ਮੈਂ ਅਮੀਰ ਆ, ਮੈਨੂੰ ਸ਼ਾਇਦ ਤੁੱਛ ਸਮਝਿਆ ਜਾਂਦਾ। ਦੁਨੀਆ ਸਾਨੂੰ ਜੋ ਮਰਜ਼ੀ ਸਮਝੇ, ਪਰ ਸਾਡਾ ਬਣਾਉਣ ਵਾਲਾ ਜਿਹੜਾ ਸਾਡਾ ਮਾਲਕ ਆ, ਉਹਦੀ ਨਜ਼ਰ ਦੇ ਵਿੱਚ ਅਸੀਂ ਬਹੁਤ ਬਹੁਮੁੱਲੇ ਹਾਂ। ਹਾਲੇਲੂਇਆ। ਤੇ ਜਿਹੜੀ ਨਜ਼ਰ 'ਚ ਬਹੁਮੁੱਲੇ ਆ, ਉਹਦਾ ਇਦਾਂ ਫਿਰ ਤਿਰਸਕਾਰ ਨਾ ਕਰੀਏ ਕਿ ਅਸੀਂ ਉਹ ਤੋਂ ਭੱਜਣ ਦੀ ਕੋਸ਼ਿਸ਼ ਕਰੀਏ। ਲਿਖਿਆ ਵਚਨ ਦੇ ਵਿੱਚ, ਜਿਨ੍ਹਾਂ ਨੇ ਤੌਬਾ ਕੀਤੀ, ਬਪਤਿਸਮਾ ਲਿਆ, ਪਵਿੱਤਰ ਆਤਮਾ ਪਾਇਆ, ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਤੇ ਸੰਗਤ, ਪ੍ਰਾਰਥਨਾ ਕਰਨ ਤੇ ਰੋਟੀ ਤੋੜਨ ਦੇ ਵਿੱਚ ਲੱਗੇ ਰਹੇ। ਕਿੰਨੀ ਦੇਰ ਤੱਕ ਭਲਾ? ਬੋਲੋ ਸਾਰੇ, ਕਿੰਨੀ ਦੇਰ? ਲਗਾਤਾਰ। ਸੋ ਇਹ ਸਿਲਸਿਲਾ ਰੁਕਣ ਵਾਲਾ ਨਹੀਂ ਆ। ਅਸੀਂ ਤੇ ਐਤਵਾਰ ਨੂੰ ਬੰਦਗੀ ਕਰਕੇ ਬੜਾ ਰੱਬ ਤੇ ਸਾਨ ਚੜਾਉਂਦੇ ਆ, ਜਦ ਕਿ ਮਸੀਹ ਹੋਣ ਦੇ ਨਾਤੇ ਸਾਨੂੰ ਹਰ ਦਿਨ ਇਬਾਦਤ ਦੇ ਵਿੱਚ ਬਹਿਣ ਦੀ ਜ਼ਰੂਰਤ ਹੈ। ਅਸੀਂ ਇਹਨੂੰ ਬੜਾ ਵੱਡਾ ਸਾਨ ਸਮਝਦੇ, ਲੈ ਵੀ ਰੱਬਾ ਤੂੰ 7ਵੇਂ ਦਿਨ ਕਿਹਾ ਆਪਾਂ ਆ ਗਏ ਆ ਤੇ ਹਾਜ਼ਰੀ ਕਬੂਲ ਕਰ, ਤੇਰੇ ਉੱਤੇ ਇਹੀ ਬੜਾ ਵੱਡਾ ਸਾਨ ਆ। ਪਰ ਵਚਨ 'ਚ ਕੀ ਲਿਖਿਆ ਆ? ਉਹ ਲਗਾਤਾਰ। ਤੇ ਜ਼ਬੂਰ 'ਚ ਕੀ ਲਿਖਿਆ ਆ? ਜਿਹੜਾ ਉਹਦੀ ਵਿਵਸਥਾ ਦੇ ਵਿੱਚ ਦਿਨ ਰਾਤ ਮਗਨ ਰਹਿੰਦਾ, ਲੱਗਿਆ ਹੀ ਨਹੀਂ ਰਹਿੰਦਾ, ਮਗਨ ਰਹਿੰਦਾ। ਕਿੱਦਾਂ ਭਲਾ? ਦਿਨ ਰਾਤ, ਇਹ ਤੇ ਮਗਨ ਹੋਣ ਵਾਲੀ ਗੱਲ ਆ। ਤੇ ਹੁਣ ਮਗਨ ਦੇਖ ਲਓ ਤੁਸੀਂ ਕਿੱਥੇ ਆ, ਤੇ ਜਿੱਥੇ ਮਗਨ ਆ ਉੱਥੇ ਦਾ ਅਜਰ ਆ। ਜੇ ਉਹਦੇ ਵਿੱਚ ਮਗਨ ਆ ਤੇ ਫਿਰ ਉਹਦੇ ਵਿੱਚ ਅਜਰ ਆ, ਤੇ ਜੇ ਇਸ ਦੁਨੀਆ ਵਿੱਚ ਮਗਨ ਆ ਤੇ ਫਿਰ ਦੁਨੀਆ ਵਿੱਚ। ਤੇ ਲਿਖਿਆ ਇਹ ਦੁਨੀਆ ਤੇ ਹੁਣ ਆਪਣੇ ਅੰਤਿਮ ਪੜਾਅ ਦੇ ਵਿੱਚ ਆ। ਇਹਦਾ ਕਦੋਂ ਵਾਜਾ ਵੱਜਣ ਵਾਲਾ ਆ ਕਿਸੇ ਨੂੰ ਕੋਈ ਪਤਾ ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ। ਕਦੋਂ ਤੁਰੀ ਵੱਜਣੀ ਆ, ਕਦੋਂ ਲਲਕਾਰ ਹੋਣੀ ਆ ਤੇ ਮਸੀਹ ਨੇ ਆਪਣਾ ਸਮਾਨ ਅਸਲੀ ਲੈ ਜਾਣਾ ਆ, ਕਿਸੇ ਨੂੰ ਕੋਈ ਪਤਾ। ਪਰ ਅਫਸੋਸ ਉਹਨਾਂ ਉੱਤੇ ਹੋਣਾ ਆ ਜਿਹੜੇ ਰਹਿ ਜਾਣੇ ਆ, ਕਿਉਂਕਿ ਉਹ ਜਿਉਂਦਿਆਂ ਦੀ ਧਰਤੀ ਉੱਤੇ ਮੁਰਦਿਆਂ ਦੇ ਨਾਲੋਂ ਭੈੜੇ। ਤੇ ਉਹਨਾਂ ਤੇ ਇਹੀ ਸੋਚਣ, ਕਹਿਣਾ ਵੀ ਰੱਬਾ ਮਾਰ ਦੇ, ਪਰ ਵਚਨ ਦੱਸਦਾ ਆ ਉਹਨਾਂ ਦੇ ਲਈ ਮਰਨਾ ਵੀ ਸੰਭਵ ਨਹੀਂ ਹੋਣਾ। ਐਸੀ ਪੀੜਾ ਜਿਹੜੀ ਨਾ ਸੰਸਾਰ ਦੇ ਵਿੱਚ ਪਹਿਲਾਂ ਕਦੀ ਆਈ ਤੇ ਨਾ ਬਾਅਦ ਚ ਕਦੇ ਆਵੇਗੀ, ਉਸ ਪੀੜਾ ਦੇ ਵਿੱਚੋਂ ਫਿਰ ਗੁਜ਼ਰਨਾ ਪਵੇਗਾ ਜੇ ਉਹਦੇ ਲਹੂ ਦੀ ਕਦਰ ਅਸੀਂ ਨਾ ਕੀਤੀ। ਸੋ ਉਸ ਮੰਦਰ ਲਈ ਅਣਖ ਸੀ, ਇਸ ਮੰਦਰ ਲਈ ਅਣਖ ਆ। ਉਸ ਮੰਦਰ 'ਚ ਜਲਾਲ ਸੀ, ਇਸ ਮੰਦਰ 'ਚ ਖੁਦ ਆ ਪਿਆ। ਉਸ ਮੰਦਰ ਵਿੱਚ ਕੋਈ ਬੇਨਿਜਮੀ ਬਰਦਾਸ਼ਤ ਨਹੀਂ ਸੀ ਕਰਦਾ, ਤੇ ਬਰਦਾਸ਼ਤ ਇਸ ਮੰਦਰ ਦੇ ਵਿੱਚ ਵੀ ਹੋਣੀ ਨਹੀਂ ਹੈ। ਔਰ ਇਸ ਮੰਦਰ ਨੂੰ ਉਹਨੇ ਆਪਣੇ ਲਹੂ ਦੇ ਨਾਲ ਪਵਿੱਤਰ ਕੀਤਾ ਤੇ ਸਿਰਜਿਆ। ਉਸ ਮੰਦਰ ਦੇ ਵਿੱਚ ਕੁਰਬਾਨੀਆਂ ਮੇਮਣਿਆਂ ਦੀਆਂ ਹੁੰਦੀਆਂ ਸੀ, ਇਹਦੇ ਵਿੱਚ ਉਹਨੇ ਆਪਣੀ ਕੁਰਬਾਨੀ ਦਿੱਤੀ ਹੈ। ਤੇ ਫਿਰ ਹਿਸਾਬ ਲਾ ਲਓ, ਅਸੀਂ ਉਹਦਾ ਸਾਹਮਣਾ ਕਰਾਂਗੇ ਤੇ ਫਿਰ ਕਿੱਡੀ ਵੱਡੀ ਸਜ਼ਾ ਦੇ ਹੱਕਦਾਰ ਹੋਵਾਂਗੇ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਭਾਈ ਬਲਵੀਰ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਤੇਰਾ ਸ਼ੁਕਰ ਦਾ ਧੰਨਵਾਦ ਕਰਦੇ ਤੇਰੇ ਸੋਹਣੇ ਹੋਏ ਵਚਨ ਦੇ ਲਈ ਪ੍ਰਭੂ, ਸੱਚਮੁੱਚ ਜ਼ਿੰਦਗੀ ਬਖਸ਼ਦਾ ਹੈ ਪ੍ਰਭੂ। ਇਹ ਕਲਾਮ ਪ੍ਰਭੂ ਇਸ ਨੂੰ ਅਨਸੁਣਾ ਨਾ ਹੋਵੇ, ਇੱਕ ਇੱਕ ਦੇ ਹਿਰਦੇ ਦੇ ਵਿੱਚ ਵਸ ਜਾਏ ਪ੍ਰਭੂ। ਸਾਡੇ ਨਾਲ ਦੇ ਮੁਕਤੀ ਦੇ ਬੋਲ ਕਰੇ ਪ੍ਰਭੂ, ਸਾਡੇ ਜੀਵਨਾਂ ਦੇ ਵਿੱਚ ਇਹ ਕੰਮ ਕਰਨ ਪ੍ਰਭੂ। ਅਸੀਂ ਤੇਰੀ ਮਰਜ਼ੀ ਨੂੰ, ਤੇਰੀ ਇੱਛਾ ਨੂੰ ਪੂਰੇ ਕਰਨ ਵਾਲੇ ਹੋ ਸਕੀਏ। ਅਸੀਂ ਆਪਣੇ ਆਪ ਨੂੰ ਪ੍ਰਭੂ ਤੇਰੇ ਅੱਗੇ ਸਮਰਪਿਤ ਕਰਦੇ ਹਾਂ ਪ੍ਰਭੂ। ਵੱਡੀ ਕਿਰਪਾ ਕਰ, ਦਇਆ ਕਰ ਪ੍ਰਭੂ ਇਸ ਪਰਿਵਾਰ ਦੇ ਲਈ ਜਿਨ੍ਹਾਂ ਦੇ ਵਸੀਲੇ ਅੱਜ ਤੇ ਦੁਆ ਪ੍ਰਾਰਥਨਾ ਕੀਤੀ ਪ੍ਰਭੂ ਨੂੰ ਬੜੀ ਆਸ਼ੀਸ਼ ਬੜੀ ਕਰ, ਵੱਡੀ ਕਿਰਪਾ ਕਰ। ਤੇਰਾ ਸ਼ੁਕਰ, ਤੇਰਾ ਧੰਨਵਾਦ ਕਰ ਯਿਸੂ ਨਾਮ ਵਿੱਚ। ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜਰ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਸਾਰਿਆਂ ਨੂੰ ਜੈ ਮਸੀਹ।